वेलकम एवरीवन, सत श्री अकाल, नमस्ते, आदाब, केम छो। बहुत बहुत स्वागत है ਅੱਜ ਦੇ ਸ਼ੋਅ ਦੇ ਵਿੱਚ ਜਿਹਦਾ ਨਾਮ ਹੈ ਡੇਲੀ ਡੋਜ਼ ਵਿਦ ਸ਼ਿਲਪੀ। ਅੱਜ ਦਾ ਸਵੇਰ ਦਾ ਸ਼ੋਅ ਬੜਾ ਸਪੈਸ਼ਲ ਹੋਣ ਜਾ ਰਿਹਾ ਹੈ ਕਿਉਂਕਿ ਹਮੇਸ਼ਾ ਤੁਹਾਨੂੰ ਅਸੀਂ ਈਵਨਿੰਗ ਦੇ ਵਿੱਚ ਮਿਲਦੇ ਹਾਂ। ਸ਼ਾਮ ਜਦੋਂ ਢਲਦੀ ਹੈ ਸਾਰੇ ਦਿਨ ਦੀ ਥਕਾਵਟ ਤੁਹਾਡੇ ਨਾਲ ਦੂਰ ਕਰਦੇ ਹਾਂ, ਲੇਕਿਨ ਅੱਜ ਦੀ ਮਾਰਨਿੰਗ ਦੀ ਚਾਹ ਤੁਹਾਡੇ ਸਾਰਿਆਂ ਦੇ ਨਾਲ ਇੱਕ ਸਪੈਸ਼ਲ ਗੈਸਟ ਦੇ ਨਾਲ ਹੋਣ ਵਾਲੀ ਹੈ ਐਂਡ ਆਈ ਕੈਨ ਮੇਕ ਸ਼ੋਰ ਕਿ ਉਹ ਹੈਲਦੀ ਡੋਜ਼ ਹੋਣ ਵਾਲੀ ਹੈ ਤੁਹਾਡੇ ਸਾਰਿਆਂ ਲਈ। ਇਹੋ ਜਿਹੀ ਪਰਸਨੈਲਿਟੀ ਜਿਹਦੇ ਵਿੱਚ ਹਰ ਇੱਕ ਵਿਟਾਮਿਨ ਦਾ ਗੁਣ ਹੈ। ਵਿਟਾਮਿਨ ਏ ਹੋਵੇ ਅਫੈਕਸ਼ਨੇਟ, ਵਿਟਾਮਿਨ ਬੀ ਹੋਵੇ ਜਾਂ ਫਿਰ ਵਿਟਾਮਿਨ ਸੀ ਜਾਂ ਡੀ ਜਾਂ ਈ ਜਾਂ ਕੇ, ਜਿੰਨੇ ਵੀ ਵਿਟਾਮਿਨਸ ਕਵਾਂ ਹਰੇਕ ਪਰਸਨੈਲਿਟੀ ਉਹਦੇ ਵਿੱਚ ਝਲਕਦੀ ਹੈ। ਅਫੈਕਸ਼ਨੇਟ, ਐਲੀਗੈਂਸ, ਨੌਲੇਜੇਬਲ, ਡੈਸ਼ਿੰਗ, ਚਾਰਮਿੰਗ। ਸੋ ਦੇਰ ਨਹੀਂ ਕਰਦੇ, ਤੁਹਾਡੇ ਸਾਰਿਆਂ ਨੂੰ ਉਹ ਜਾਣਦੇ ਨੇ, ਸਾਡੀ ਫੇਸਬੁੱਕ ਫੈਮਿਲੀ ਵੀ ਉਹਨਾਂ ਨੂੰ ਜਾਣਦੀ ਹੈ, ਲੇਕਿਨ ਅਸੀਂ ਉਹਨਾਂ ਦੇ ਪ੍ਰੈਸ਼ੀਅਸ ਟਾਈਮ ਦੇ ਵਿੱਚੋਂ ਇੱਕ ਛੋਟਾ ਜਿਹਾ ਹਿੱਸਾ ਅਸੀਂ ਉਹਨਾਂ ਤੋਂ ਸਾਈਨ ਕਰਵਾਇਆ। ਸੋ ਦੇਰ ਨਾ ਕਰਦਿਆਂ ਹੋਇਆ ਉਹਨਾਂ ਦਾ ਸਵਾਗਤ ਕਰਦੇ ਹਾਂ, ਬਹੁਤ ਵੱਡੇ ਸਾਰਾ ਦਿਲ ਤੋਂ ਵੈਲਕਮ ਕਰਦੇ ਹਾਂ, ਨਨ ਅਦਰ ਦੈਨ ਡਾਕਟਰ ਪ੍ਰਗਟ ਸਿੰਘ ਪੁਰ ਜੀ, ਸਰੀ BC ਤੋਂ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਬਹੁਤ ਬਹੁਤ ਧੰਨਵਾਦ ਮੇਰੇ ਛੋਟੇ ਬੱਚੇ ਸ਼ਿਲਪੀ ਜੀ ਔਰ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ ਵਾਲੇਕੁਮ, ਕੇਮ ਛੋ, ਕਸਾ ਹੈ, ਸਲੋ, ਬੋਨਜੋਰ, ਬਿਊਨਸ ਡਾਇਸ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਸਵਾਗਤ ਹੈ ਡਾਕਟਰ ਪੁਰਜੀ ਜੀ। ਅੱਜ ਸਾਡੀ ਫੇਸਬੁੱਕ ਫੈਮਿਲੀ ਤੇ ਤੁਸੀਂ ਪਹਿਲੀ ਵਾਰੀ ਆਏ ਹੋ ਤੇ ਮੈਂ ਸਾਰਿਆਂ ਜੀ, ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਔਰ ਜਿੱਦਾਂ ਮੈਂ ਤੁਹਾਡਾ ਪ੍ਰੋਗਰਾਮ ਦਾ ਨਾਮ ਮੈਨੂੰ ਬਹੁਤ ਚੰਗਾ ਲੱਗਾ। ਅਸੀਂ ਤਾਂ ਕਈ ਵਾਰ ਇੱਕ ਡੋਜ਼ ਦਿੰਦੇ ਆ, ਤੁਸੀਂ ਤਾਂ ਡਬਲ ਡੋਜ਼ ਦੇ ਦਿੰਦੇ ਆ, ਬੰਦਾ ਖੁਸ਼ ਵੀ ਹੋ ਜਾਏ ਔਰ ਸੁਖੀ ਵੀ ਹੋ ਜਾਏ ਔਰ ਹੈਲਦੀ ਹੋ ਜਾਏ। ਕਿਆ ਬਾਤ ਹੈ, ਕਿਆ ਬਾਤ ਹੈ। ਸੋ ਸੁੱਖ ਦੁੱਖ ਦੀ ਕਹਾਣੀ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ, ਪਰ ਡੋਜ਼ ਤੋਂ ਗੱਲ ਚੱਲੀ ਹੈ ਤੇ ਅੱਜ ਡਾਕਟਰ ਸਾਹਿਬ ਕਿਹੜੀ ਡੋਜ਼ ਖਾ ਕੇ ਆਪਣਾ ਦਿਨ ਦੀ ਸ਼ੁਰੂਆਤ ਕੀਤੀ ਹੈ? ਸਵੇਰੇ ਸਵੇਰੇ ਮਾਂ ਦੇ ਨਾਲ ਜੱਫੀ ਬਾਈ, ਫਿਰ ਬ੍ਰੇਕਫਾਸਟ ਕੀਤਾ, ਫਿਰ ਬਾਹਰ ਬਹਿ ਕੇ, ਕਿਉਂਕਿ ਧੁੱਪ ਕਾਫੀ ਹੋ ਚੁੱਕੀ ਹੈ ਤੇ ਕਰੀਬਨ 18-20 ਡਿਗਰੀ ਰਾਈਟ ਨਾਓ ਹੈਗਾ ਔਰ 22-23 ਡਿਗਰੀ ਤੱਕ ਹੋਏਗਾ। ਅਸੀਂ ਬ੍ਰਿਟਿਸ਼ ਕੋਲੰਬੀਆ ਚ ਰਹਿੰਦੇ ਆ, ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ, ਬੜਾ ਸੁੰਦਰ ਹੈ, ਪਹਾੜ ਹੈ, ਪਾਣੀ ਹੈ, ਦਰਖਤ ਨੇ, ਕੁਦਰਤ ਹੈ। ਸੋ ਇਸ ਜਗ੍ਹਾ 'ਚ ਰਹਿ ਕੇ ਅਗਰ ਇਨਸਾਨ ਖੁਸ਼ ਨਹੀਂ ਰਹੇਗਾ ਤਾਂ ਕਿੱਥੇ ਖੁਸ਼ ਰਹੇਗਾ। ਸੋ ਇਹਦੀ ਬੜੀ ਸੋਹਣੀ ਡੋਜ਼ ਤੁਸੀਂ ਅੱਜ ਸਵੇਰੇ ਸਵੇਰੇ ਲਈ ਆ। ਅੱਗੇ ਤੁਸੀਂ ਮੈਨੂੰ ਕਿਹਾ ਕਿ BC ਅਸੀਂ ਰਹਿੰਦੇ ਆ, ਬੜੇ ਸੋਹਣਾ। ਮੈਂ ਤੁਹਾਨੂੰ ਕਿਹਾ ਜਿਹੜਾ ਵਾਹ ਪਿਆ ਜਾਣੇ ਆ ਰਾਹ ਪਿਆ ਜਾਣੇ, ਜਿਹੜੇ ਬੰਦੇ ਨੇ ਰਹਿ ਕੇ ਨਹੀਂ ਦੇਖਿਆ ਉੱਥੇ, ਜਾਂ ਤਾਂ ਫਿਰ ਸਾਨੂੰ ਉੱਥੇ ਬੁਲਾ ਲਓ ਜਾਂ ਫਿਰ ਸਾਨੂੰ ਤੁਹਾਡੀਆਂ ਫੋਟੋਆਂ ਦੇਖ ਕੇ, ਤੁਹਾਡੀ ਵੀਡੀਓਜ਼ ਦੇਖ ਕੇ ਲੱਗਦਾ ਕਿ ਇਹ ਸਾਈਕਲ ਲੈ ਕੇ ਕਿੱਥੇ ਚੱਲੇ ਨੇ, ਇਹ ਕਿੱਥੇ ਜਾਂਦੇ ਰਹਿੰਦੇ ਹੈ। ਮਤਲਬ ਕਿ ਸਾਡੇ ਲਈ ਤਾਂ ਰਾਹ ਹੀ ਖਤਮ ਹੋ ਜਾਂਦੇ ਆ, ਸਾਨੂੰ ਗੱਡੀ ਕਰਕੇ ਬੜੀ ਦੂਰ ਨਿਕਲਣਾ ਪੈਂਦਾ ਪਹਾੜਾਂ ਤੇ। ਤੁਹਾਡਾ ਜਦੋਂ ਜੀ ਕਰਦਾ ਡੋਜ਼ ਲੈਣ ਨਿਕਲ ਜਾਂਦੇ ਹੋ। ਹੈ ਜੀ, ਮੇਰੀ ਵਾਈਫ ਕਾਫੀ ਫਿਜ਼ੀਕਲੀ ਬਹੁਤ ਐਕਟਿਵ ਹੈਗੀ ਹੈ ਔਰ ਮੈਂ ਜ਼ਿਆਦਾ ਕੁਰਸੀ 'ਚ ਬਹਿਣ ਵਾਲਾ ਕੰਮ ਕਰਦਾ ਸੀ, ਥੋੜਾ ਬਹੁਤ ਤੁਰਨ ਫਿਰਨ ਵਾਲਾ। ਸੋ ਇਸ ਲਈ ਉਹਨਾਂ ਦੇ ਪਿੱਛੇ ਦੌੜਦਾ ਦੌੜਦਾ ਮੈਨੂੰ ਵੀ ਆਦਤ ਪੈ ਗਈ ਵੀ ਕੈਸ਼ ਤਾਂ ਕਰ ਲਵਾਂ, ਹੈ ਨਾ। ਕੈਸ਼ ਵੈਸੇ ਆਪਣੀ ਫੈਮਿਲੀ ਨੂੰ, ਫੇਸਬੁੱਕ ਫੈਮਿਲੀ ਨੂੰ ਜਾਂ ਆਉਣ ਵਾਲੇ ਜਿੰਨੇ ਵੀ ਸਾਡੇ ਵਿਊਅਰਸ ਲਿਸਨਰਸ ਹੋਣਗੇ, ਸਭ ਨੂੰ ਦੱਸ ਦੇਵਾਂ ਕਿ ਇਹਨਾਂ 'ਚ ਹਰੇਕ ਵਿਟਾਮਿਨ ਦੀ ਪਰਸਨੈਲਿਟੀ ਗੁਣ ਤਾਂ ਜ਼ਰੂਰ ਹੈਗੇ ਆ, ਲੇਕਿਨ ਇੰਨੇ ਰੋਮਾਂਟਿਕ, ਇੰਨਾ ਰੋਮਾਂਸ, ਫਨੀ, ਜਾਂ ਫਿਰ ਮੈਨੂੰ ਇਹ ਲੱਗਦਾ ਹੁੰਦਾ ਕਿ ਇਸ ਇਨਸਾਨ ਨੂੰ ਕਿਹੜੀ ਮਿੱਟੀ ਨਾਲ ਬਣਾਇਆ ਜਾਂ ਫਿਰ ਬੀਬੀ ਜੀ ਨੇ ਕਿਹੜੇ ਗੁਣ ਦਿੱਤੇ ਨੇ, ਕੀ ਸਿਖਾਇਆ ਸੀਗਾ ਕਿ ਇੰਨੇ ਸੋਹਣੇ ਨਿਖਰ ਕੇ ਆਏ ਹੋ। ਕਾਫੀ ਮੇਰੀ ਟੀਚਿੰਗ ਮੇਰੀ ਮਾਂ ਤੋਂ ਹੈਗੀ ਆ। ਮੇਰੇ ਮਦਰ ਨਾਰੋਵਾਲ 'ਚ ਬੋਰਨ ਸੀ, ਪਾਕਿਸਤਾਨ 'ਚ, ਤੇ ਬਹੁਤ ਅੱਛੀ ਪੜ੍ਹਾਈ ਕਰਦੇ ਸੀ, ਲੇਕਿਨ ਚੌਥੀ 'ਚ ਸਨ ਜਦੋਂ ਪਾਕਿਸਤਾਨ ਬਣ ਗਿਆ, ਫਿਰ ਪੜ੍ਹ ਨਹੀਂ ਸਕੇ। ਜਦੋਂ ਹਿੰਦੁਸਤਾਨ ਆਏ, ਗਰੀਬੀ ਸੀ ਘਰ 'ਚ ਬਹੁਤ, ਹੈ ਨਾ, ਉਹਨਾਂ ਨੂੰ ਕੰਮ ਵੀ ਕਰਨਾ ਪੈਂਦਾ ਸੀ, ਟੇਲਰਿੰਗ ਦਾ ਕੰਮ ਕਰਨਾ ਪੈਂਦਾ ਸੀ, ਬੜਾ ਕੁਛ ਮਜ਼ਦੂਰੀ ਵੀ ਕੀਤੀ ਮੇਰੀ ਮਾਂ ਨੇ। ਸੋ ਉਹਦੇ ਬਾਅਦ ਜਦੋਂ ਅਸੀਂ ਪੈਦਾ ਹੋਏ, ਮੇਰੀ ਮਾਂ ਦੇ ਇੱਕ ख्वाब ਸੀ ਵੀ ਸਾਰੇ ਮੇਰੇ ਬੱਚੇ ਬਹੁਤ ਹਾਈਲੀ ਐਜੂਕੇਟਿਡ ਹੋਣ। ਸੋ ਮੇਰੀ 3 ਸਿਸਟਰਸ ਹੈਗੀਆਂ, ਸਾਰੀਆਂ PhD ਲੈਵਲ ਦੀ ਐਜੂਕੇਟਿਡ ਹੈਗੀਆਂ, ਸਾਰੀ ਬੰਬੇ ਮੈਰਿਡ ਹੈ, ਅਸੀਂ ਬੰਬੇ ਨੂੰ ਬਿਲੋਂਗ ਕਰਦੇ ਹਾਂ। ਅੱਛਾ ਜੀ। ਸਾਡੇ ਵਾਲਿਦ ਸਾਹਿਬ ਪਿਤਾ ਜੀ ਉਹ ਵੀ ਲਾਹੌਰ ਸਨ, ਬਟ ਉਹਨਾਂ ਦੇ ਫੈਮਿਲੀ 'ਚ ਕੋਈ ਫੌਤ ਨਹੀਂ ਹੋਇਆ, ਕਿਸੇ ਨੂੰ ਕੋਈ ਤਕਲੀਫ ਨਹੀਂ ਆਈ। ਉਹ ਬਿਜ਼ਨਸ ਕਰਦੇ ਸੀ, ਉਹਨਾਂ ਨੇ ਬਿਜ਼ਨਸ ਹੌਲੀ ਹੌਲੀ ਬੰਬੇ ਮੂਵ ਕਰਨਾ ਸ਼ੁਰੂ ਕਰਤਾ ਸੀ ਪਾਰਟੀਸ਼ਨ ਤੋਂ ਪਹਿਲਾਂ। ਔਰ ਸਾਡੀ ਜਿਹੜੀ ਅਪਬ੍ਰਿੰਗਿੰਗ ਹੈਗੀ ਆ, ਬੜੀ ਮਲਟੀਕਲਚਰਲ ਜਗ੍ਹਾ 'ਚ ਹੋਈ। ਬੰਬੇ ਮਤਲਬ ਕੋਸਮੋਪੋਲੀਟਨ ਸਿਟੀ ਹੈਗਾ, ਜਿੱਥੇ ਹਰ ਇੱਕ ਚੀਜ਼ ਹੈਗੀ, 24 ਘੰਟੇ ਖੁੱਲਾ। ਇਸ ਲਈ ਮੈਂ ਇੰਨੇ ਸਾਰੀਆਂ ਬੋਲੀਆਂ, 7 ਬੋਲੀਆਂ ਮੈਂ ਬੋਲ ਲੈਂਦਾ, ਕਿਉਂਕਿ ਗੁਜਰਾਤੀ ਉੱਥੇ ਸਿੱਖੀ, ਮਰਾਠੀ ਉੱਥੇ ਸਿੱਖੀ, ਹਿੰਦੀ ਤੇ ਨੈਸ਼ਨਲ ਲੈਂਗੁਏਜ ਹੈ, ਇੰਗਲਿਸ਼ ਸਕੂਲ 'ਚ ਅਸੀਂ ਪ੍ਰਾਈਵੇਟ ਸਕੂਲ ਪੜ੍ਹੇ ਸੀ, ਪੰਜਾਬੀ ਘਰ ਸੀ, ਉਰਦੂ ਦੇ ਟੀਚਰ ਸਨ ਸਾਡੇ ਦਾਦਾ ਜੀ, ਸੋ ਉਰਦੂ ਘਰ ਤੋਂ ਮਿਲ ਗਈ।
ਸੋ ਤਮਿਲ ਮੇਰੇ ਫਰੈਂਡ ਸੀ, ਉਹਨਾਂ ਤੋਂ ਸਿੱਖ ਲਏ। ਸੋ ਇਹ ਸਾਰੀਆਂ ਚੀਜ਼ਾਂ ਵਿਰਾਸਤ 'ਚ ਉੱਥੋਂ ਮਿਲੀਆਂ। ਤੇ ਹੌਲੀ ਹੌਲੀ ਜਦੋਂ ਅਸੀਂ ਇੱਥੇ ਵੈਂਕੂਵਰ ਆਏ, ਅਸੀਂ ਇਹ ਦੇਖਿਆ ਵੀ ਅਸੀਂ ਜਿਹੜੀ ਸਾਡੀ ਕਦਰਾਂ ਕੀਮਤਾਂ ਉਹ ਬਰਕਰਾਰ ਰੱਖਣੀਆਂ। ਪਹਿਲੋਂ ਆਪ ਖੁਸ਼ ਰਹਿਣਾ ਪੈਂਦਾ, ਉਹ ਫਿਰ ਖੁਸ਼ੀ ਵੰਡਣੀ ਪੈਂਦੀ ਹੈ। ਜਦੋਂ ਤੁਸੀਂ ਹਾਸੇ ਵੰਡਦੇ ਹੋ, ਜਦੋਂ ਤੁਸੀਂ ਖੁਸ਼ੀਆਂ ਵੰਡਦੇ ਹੋ, ਖੁਸ਼ੀਆਂ ਬੀਜਦੇ ਹੋ, ਉਹ ਬੀਜ ਤੋਂ ਹੀ ਤੇ ਹਾਸੇ ਉੱਗਦੇ ਆ। ਔਰ ਇਹ ਸਾਰਿਆਂ ਨੂੰ ਮਤਲਬ ਮੈਂ ਕਹੂੰਗਾ ਵੀ ਖੁਸ਼ ਰਿਹਾ ਕਰੋ। ਪਰਮਾਤਮਾ ਨੇ ਤੁਹਾਨੂੰ ਇਹ ਸਰੀਰ ਦਿੱਤਾ, ਇਹ ਬਹੁਤ ਵਡਮੁੱਲਾ ਆ, ਬਹੁਤ ਇਹਦਾ ਰਿਣ ਨਹੀਂ ਦਿੱਤਾ ਜਾ ਸਕਦਾ। ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕੰਮ ਮਿਲ, ਸਾਧ ਸੰਗਤ ਪੁੱਛ ਕੇ ਬਣਾ। ਸੋ ਇਹ ਜਿਹੜੀਆਂ ਗੱਲਾਂ ਹੈਗੀਆਂ ਸਾਨੂੰ ਵਿਰਾਸਤ 'ਚ ਮਿਲੀਆਂ। ਫਿਰ ਮੈਂ ਆਪਣੀ ਵਾਈਫ ਦਾ ਨਾਂ ਨਾ ਤਕੱਲਸ, ਉਹਦਾ ਨਾਂ ਗੁਰਜਿੰਦਰ, ਉਹਨੂੰ ਮਾਲਕਿਨ ਕਹਿਤਾ ਵੀ ਤੂੰ ਮੇਰੇ ਦਿਲ ਦੀ ਮਾਲਿਕ। Everybody, sorry to say, but every single person knows you guys, है ना? ਤੁਹਾਨੂੰ ਸਾਰੇ ਜਾਣਦੇ ਨੇ ਕਿ ਇੱਕ ਪਰਸਨੈਲਿਟੀ ਇਹੋ ਜਿਹੀ ਆਉਂਦੀ ਹੈ ਕਿ ਯਾਰ ਅੱਜ ਮੇਰਾ ਵੀ ਜੀ ਕਰਦਾ। ਤੁਹਾਨੂੰ ਮੈਂ ਦਿਲ ਦੀ ਗੱਲ ਦੱਸਦੀ ਹਾਂ ਜੀ ਜੀ, ਬਾਕੀ ਸਾਰੀਆਂ ਇੱਕ ਪਾਸੇ। ਮੇਰਾ ਜੀ ਕਰਦਾ ਜਦੋਂ ਮੈਂ ਤੁਹਾਨੂੰ ਦੋਨਾਂ ਨੂੰ ਦੇਖਦੀ ਹਾਂ, ਮੈਂ ਕਹਿੰਦੀ ਹਾਂ ਹਾਏ ਕਾਸ਼ ਮੇਰੀ ਜੋੜੀ ਵੀ ਏਦਾਂ ਹੋਏਗੀ, ਇੱਕ ਦਿਨ ਮੈਂ ਵੀ ਫੋਟੋਆਂ ਪਾਵਾਂਗੀ। ਹੋਏਗੀ, ਕਿਉਂ ਨਹੀਂ ਹੋਏਗੀ? इतने सोने मैंने कहा ये बॉम्बे का छोरा ये कहाँ से पकड़ा मालकिन जी ने है? मालकिन जी दिल्ली ਨੂੰ ਬਿਲੋਂਗ। ਐਕਚੁਅਲੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਸਾਡੀ ਅਰੇਂਜ ਮੈਰਿਜ ਸੀ, ਲਾਈਕ ਸੈਮੀ ਅਰੇਂਜ, ਫੋਰਸ ਦੇ ਨਾਲ ਨਹੀਂ। ਸੋ ਮਾਲਕਿਨ ਜੀ ਦੀ ਤਾਏ ਦੀ ਬੇਟੀ ਵਾਸ ਮੈਰਿਡ ਟੂ ਮਾਈ ਤਾਇਆਸ ਬੇਟਾ, ਹੈ ਨਾ। ਸੋ ਇਸ ਲਈ ਫੈਮਿਲੀ ਦਾ ਆਣਾ ਜਾਣਾ ਬਹੁਤ ਹੁੰਦਾ ਸੀ। ਤਾਂ ਹੌਲੀ ਹੌਲੀ ਮਤਲਬ ਰਿਸ਼ਤਾ ਬਣ ਗਿਆ। ਔਰ ਇੱਕ ਹਾਸੇ ਵਾਲੀ ਗੱਲ ਹੋਰ ਦੱਸਦਾ ਮੈਂ ਤੁਹਾਨੂੰ, ਔਰ ਚਲੋ ਸ਼ੇਅਰ ਕਰ ਦਿੰਦਾ। ਮਾਲਕਿਨ ਜੀ ਨੇ ਮੈਨੂੰ ਰਿਜੈਕਟ ਕਰਤਾ ਸੀ ਵੀ ਨਹੀਂ, ਮੈਂ ਨਹੀਂ ਇਸ ਦੇ ਨਾਲ ਵਿਆਹ ਕਰੂੰਗਾ। ਹਾਕੀ ਟੀਮ ਦੀ ਉਹ ਕੈਪਟਨ ਸੀ, ਫਿਜ਼ੀਕਲੀ ਵੈਰੀ ਫਿਟ, ਔਰ ਅਸੀਂ ਖਾਣ ਪੀਣ ਵਾਲੇ ਬੰਦੇ, ਕੁਸਰ ਚ ਬਹਿਣ ਵਾਲੇ ਬੰਦੇ, ਫੂਡ ਦੇ ਨਾਲ ਸਾਡਾ ਲਗਾਓ ਜ਼ਿਆਦਾ। ਬਟ ਖਾਲੀ ਮੇਰੀ ਪੜ੍ਹਾਈ ਮੇਰੇ ਕੰਮ ਆਈ। ਅਗਰ ਮੇਰੀ ਪੜ੍ਹਾਈ ਨਹੀਂ ਹੁੰਦੀ ਸ਼ਾਇਦ ਮੇਰਾ ਵਿਆਹ ਹੀ ਨਹੀਂ ਹੋਣਾ ਸੀ। ਨਹੀਂ ਤੁਹਾਡੇ ਚ ਗੁਣ ਕਿੰਨੇ ਨੇ। ਵੈਲ ਮੈਨੂੰ ਪਤਾ ਕਿ ਤੁਹਾਡਾ 2 ਵੀਕ ਦੇ ਵਿੱਚ ਵਿਆਹ ਹੋ ਗਿਆ ਸੀ। ਅਸੀਂ ਜਿਹਨੂੰ ਜਾਣਦੇ ਹਾਂ, ਜਿਹਦੇ ਨਾਲ ਗੱਲ ਕਰਦੇ ਹਾਂ, ਸਾਰਾ ਕੁਝ ਫਰੋਲਾ ਫਰਾਲੀ ਕਰਕੇ ਆਉਂਦੇ ਆ। ਇਹ ਨਾ ਹੋਵੇ ਕਿ ਸਾਨੂੰ ਕੋਈ ਸਵਾਲ ਪੁੱਛ ਲਿਆ ਜਾਵੇ। ਕੀ ਬਾਤ ਹੈ। ਰਿਪੋਰਟਰ ਪੱਕੇ ਹੋ ਗਏ ਤੁਸੀਂ ਵੀ। ਹਾਂਜੀ ਮੇਰੇ ਦਿਲ ਦੀ ਗੱਲ ਸਾਂਝੀ ਕਰਦੀ ਆ। ਰਿਪੋਰਟਰ ਵਾਲੀ ਚੀਜ਼ ਤਾਂ ਬੜੀ ਦੂਰ ਹੈਗੀ ਹੈ। ਸੋ ਇਹ ਰਿਪੋਰਟਿੰਗ ਦਿਲ ਤੋਂ ਹੁੰਦੀ ਹੈ, ਇਹ ਦਿਲ ਦੀ ਰਿਪੋਰਟਿੰਗ ਹੁੰਦੀ ਹੈ ਮੇਰੇ ਚੈਨਲ ਤੇ। ਜਿਹੜੀ ਗੱਲ ਦਿਲ ਤੋਂ ਹੁੰਦੀ ਹੈ ਨਾ, ਉਹ ਦਿਲ ਤੱਕ ਹੀ ਅੱਪੜਦੀ ਆ। ਔਰ ਕਈ ਵਾਰ ਤੁਸੀਂ ਕੀ ਕਹਿੰਦੇ ਡਾਕਟਰ ਹੋ, ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਸਕੈਨਿੰਗ ਕਰਦੇ ਹੋ ਲੋਕਾਂ ਦੀ, ਜਾਂ ਦਿਲ ਦੀ ਕਰਦੇ ਹੋ, ਜਾਂ ਕੁਛ ਰੋਗ ਲੱਭਦੇ ਹੋ, ਜਿਹੜੀ ਇਹ ਦਿਲ ਦੀ ਰਿਪੋਰਟ ਹੁੰਦੀ ਹੈ, ਕਦੇ ਇਹ ਜਾਣੀ ਹੈ ਕਿਸੇ ਦੀ, ਜਾਂ ਇਹ ਕੋਈ ਮਸ਼ੀਨ ਬਣੀ ਹੈ ਏਦਾਂ ਦੀ ਜਿਹਦੇ ਨਾਲ ਸੱਚੀ ਦਿਲ ਦੀ ਰਿਪੋਰਟ ਨਿਕਲੇ? ਇਹ ਤਾਂ ਮਹਿਸੂਸ ਕੀਤਾ ਜਾਂਦਾ ਨਾ, ਇਹ ਤਾਂ ਇੱਕ ਅੰਦਾਜ਼ ਹੁੰਦਾ, ਇੱਕ ਇਹਦੇ ਨਾਲ ਮਲਟੀਪਲ ਲੈਵਲਸ ਵੀ ਹੁੰਦੇ ਆ ਨਾ। ਪਹਿਲਾਂ ਸ਼ਰੀਅਤ ਹੈ, ਸ਼ਰਾਫਤ ਹੈ, ਮਾਰਫਤ ਹੈ, ਹਕੀਕਤ ਆ। ਸੋ ਉਹਦਾ ਹੀ ਪਹਿਲਾਂ ਹੁੰਦਾ ਵੀ ਅਟੈਚਮੈਂਟ ਹੈਗੀ ਆ, ਫਿਰ ਜਨੂਨ ਹੈਗਾ, ਉਨਸ ਹੈਗਾ, ਅਨਕੰਡੀਸ਼ਨਲ ਲਵ ਹੈਗਾ, ਫਿਰ ਕੁਰਬਾਨੀ ਆ, ਫਿਰ ਬਰਬਾਦੀ ਆ। ਜੋ ਇਸ਼ਕ ਦੇ ਵਿੱਚ ਬਰਬਾਦ ਨਹੀਂ ਹੋਤੇ, ਉਹਨੇ ਇਸ਼ਕ ਨਹੀਂ ਕੀਤਾ। ਜਿੱਦਾਂ ਹੁਣ ਮਿਰਜ਼ਾ ਗਾਲਿਬ ਸਾਹਿਬ ਖੁਦ ਕਹਿੰਦੇ ਆ ਵੀ ਇਹ ਆਗ ਕਾ ਦਰਿਆ ਹੈ ਔਰ ਡੂਬ ਕੇ ਜਾਣਾ ਹੈ, ਇਹ ਇਸ਼ਕ ਨਹੀਂ ਆਸਾਂ, ਬਸ ਇਤਨਾ ਹੀ ਸਮਝ ਲੀਜੇ। ਸੋ ਕੁਰਬਾਨੀ ਜਿਹੜਾ ਬਹੁਤ ਵੱਡਾ ਜਜ਼ਬਾ ਹੁੰਦਾ। ਔਰ ਇਹਦੇ ਵਿੱਚ ਮੈਂ ਹਮੇਸ਼ਾ ਕਹਿੰਦਾ, ਸਮਝੋ ਮੈਂ ਸਟਿਚਿੰਗ ਵੀ ਕਰਦਾ, ਸਰਜਰੀ ਵੀ ਕਰਦਾ, ਹੈ ਨਾ। ਜਦੋਂ ਕੋਈ ਜ਼ਖਮ ਵਗੈਰਾ ਹੋਏ ਤਾਂ ਮੈਂ ਔਰ ਮੇਰੀ ਵਾਈਫ ਮੋਢੇ ਦੇ ਨਾਲ ਅਸੀਂ ਸਟਿਚਿੰਗ ਕਰ ਰਹੀ ਹੈ ਨਾ। ਉਹ ਸਟਿਚਿੰਗ ਕਿੰਨਾ ਦੇਰ ਤੱਕ ਰਹੇਗੀ? ਬਹੁਤ ਲਿਮਿਟਿਡ ਟਾਈਮ ਤੱਕ ਰਹੇਗੀ, ਕਿਉਂਕਿ ਉਹਨੇ ਹੋਰ ਕੰਮ ਕਰਨਾ, ਮੈਂ ਇੱਥੇ ਆਣਾ, ਹੈ ਨਾ। ਸੋ ਸਟਿਚਿੰਗ ਟੁੱਟ ਜਾਏਗੀ। ਫਿਜ਼ੀਕਲ ਸਟਿਚਿੰਗ ਨਹੀਂ ਰਹਿ ਸਕਦੀ, ਬਟ ਮਨ ਸਟਿਚ ਹੋ ਸਕਦਾ ਔਰ ਆਤਮਾ ਸਟਿਚ ਹੋ ਸਕਦੀ ਹੈ। ਉਹੀ ਹੈਗਾ ਬੇਸਿਸ ਜਿਹੜਾ ਹੈਗਾ ਰਿਲੇਸ਼ਨਸ਼ਿਪ ਦਾ। ਜਦੋਂ ਤੁਹਾਡੇ ਮਾਈਂਡ ਸਟਿਚ ਹੋ ਜਾਣ, ਅਗਰ ਮੈਂ ਕੁਝ ਕਰ ਰਿਹਾ, ਮੇਰੀ ਵਾਈਫ, ਮੇਰਾ ਸਪਾਊਸ ਸੋਚੇ ਉਹੀ ਕਰ ਰਹੀ ਹੈ, ਔਰ ਅਗਰ ਉਹ ਕੁਝ ਕਰ ਰਹੀ ਹੈ, ਮੈਂ ਸੋਚਾਂ ਮੈਂ ਹੀ ਕਰ ਰਿਹਾ, ਤੇ ਕੌਨਫਲਿਕਟ ਜ਼ੀਰੋ ਹੋ ਜਾਂਦਾ। ਸਾਰੀ ਦੁਬਿਧਾ ਕੌਨਫਲਿਕਟ ਤੋਂ ਓਰੀਜਿਨੇਟ ਹੁੰਦੀ ਹੈ। ਸੋ ਕੌਨਫਲਿਕਟ ਨੂੰ ਬਾਹਰ ਕੱਢ ਦਿਓ, ਟੋਟਲੀ 100% ਅਨਕੰਡੀਸ਼ਨਲੀ ਐਕਸੈਪਟ ਕਰ ਲਓ। ਦੇਖੋ, ਅਨਕੰਡੀਸ਼ਨਲ ਲਵ ਜਿਹੜਾ ਹੈਗਾ, ਇਹਦਾ ਮਤਲਬ ਇਹ ਨਹੀਂ ਵੀ ਅਸੀਂ ਡਿਸਲਾਈਕ ਨਹੀਂ ਕਰਦੇ। ਮੇਰੇ ਕਈ ਗੁਣ ਹੈਗੇ, ਮੇਰੀ ਵਾਈਫ ਮੈਨੂੰ ਲਾਈਕ ਨਹੀਂ ਕਰਦੀ, ਲੇਕਿਨ ਜਿਹੜਾ ਲਵ ਹੈਗਾ ਉਹ ਅਨਕੰਡੀਸ਼ਨਲ ਹੈਗਾ। ਜਿੱਦਾਂ ਹੁਣ ਮੇਰੀ ਮਾਂ ਹੈਗੀ ਆ, ਔਰ ਮੇਰਾ ਉਹਦੇ ਨਾਲ ਅਨਕੰਡੀਸ਼ਨਲ ਲੱਗਦਾ, ਲੇਕਿਨ ਕਈ ਉਹਦੀਆਂ ਆਦਤਾਂ ਮੇਰੀ ਮਾਂ ਦੀਆਂ ਮੈਨੂੰ ਨਹੀਂ ਚੰਗੀਆਂ ਲੱਗਦੀਆਂ, ਮੇਰੀਆਂ ਆਦਤਾਂ ਵੀ ਉਹਨੂੰ ਚੰਗੀਆਂ। ਉਹਨੂੰ ਡਿਸਲਾਈਕ ਜਿਹੜਾ ਹੈਗਾ ਅਲੱਗ ਅੰਦਾਜ਼ ਹੈ। ਲੇਕਿਨ ਜਿਹੜਾ ਪ੍ਰੇਮ ਹੈਗਾ,
ਦੇਖੋ ਹੁਣ ਗੱਲ ਆ ਗਈ ਪ੍ਰੇਮ ਦੀ। ਜਿਹੜਾ ਪ੍ਰੇਮ ਲਫ਼ਜ਼ ਹੈ ਨਾ, ਉਹ ਦੋ ਲਫ਼ਜ਼ਾਂ ਦੇ ਨਾਲ ਜੁੜਿਆ, ਪਰੇ ਤੇ ਮੈਂ। ਸੋ ਤੁਹਾਡੀ ਜਦੋਂ ਅਹਮ ਖਤਮ ਹੋ ਗਿਆ, ਈਗੋ ਖਤਮ ਹੋ ਗਈ, ਮੈਂ ਖਤਮ ਹੋ ਗਈ, ਉੱਥੇ ਅਸਲੀ ਪ੍ਰੇਮ ਆ। ਬਾਕੀ ਤੇ ਸਾਰਾ ਬਿਜ਼ਨਸ ਆ, ਵੀ ਮੈਂ ਤੈਨੂੰ ਇੰਨਾ ਪਿਆਰ ਕਰਦਾ, ਮੈਂ ਇਹ ਉਹ ਸਾਰੀਆਂ ਮਟੀਰੀਅਲਿਸਟਿਕ ਗੱਲਾਂ ਹੁੰਦੀਆਂ। ਔਰ देयर इज ਬਹੁਤ ਸਾਰੀਆਂ ਟਾਈਪਸ ਨੇ ਅੱਜ ਕੱਲ ਤਾਂ ਪਿਆਰ ਦੀਆਂ। WhatsApp ਪਿਆਰ ਹੈ, Facebook ਪਿਆਰ ਹੈ, ਸੋਸ਼ਲ ਮੀਡੀਆ ਪਿਆਰ ਹੈ। ਇਹ ਰਿਸ਼ਤੇ ਬੜੇ ਅਜੇ ਸ਼ਾਰਟ ਟਰਮ ਹੋ ਗਏ ਹੈ। ਸੋ ਤੁਹਾਡੇ ਕੀ ਮੇਰਾ ਜੀ ਕਰਦਾ ਜਦੋਂ ਮੈਂ ਤੁਹਾਡੀ ਗੱਲ ਸੁਣਦੀ ਹਾਂ, ਕੋਈ ਵੀ ਇੰਟਰਵਿਊ ਮੈਂ ਤੁਹਾਡਾ ਸੁਣਿਆ, ਤੇ ਟੂ ਬੀ ਰੀਅਲੀ ਓਨੈਸਟ ਆਈ ਫੀਲ ਸੋ ਲੱਕੀ ਟੂਡੇ ਕਿ ਮੈਂ ਤੁਹਾਨੂੰ ਰੂਬਰੂ ਸੁਣ ਰਹੀ ਹਾਂ ਕਿ ਮੇਰੇ ਪੱਲੇ ਸ਼ਾਇਦ ਇੱਕ ਗੱਲ ਵੀ ਪੈ ਜਾਏ ਤਾਂ ਮੇਰੀ ਲਾਈਫ 'ਚ ਥੋੜਾ ਜਿਹਾ ਯੂ ਨੋ, ਜਾਂ ਸਾਡੇ ਸੁਣਨ ਵਾਲੇ ਨੇ ਜਿਹੜੇ ਮੇਰੇ ਵਰਗੇ ਭੁੱਲੇ ਭਟਕੇ ਪਏ ਨੇ, ਇੱਕ ਵੀ ਚੀਜ਼ ਪੱਲੇ ਪੈ ਜਾਏ ਤੇ ਸਾਡੀ ਸੋਹਣੀ ਹੋ ਜਾਏਗੀ ਲਾਈਫ। ਸੋ ਸ਼ਾਰਟ ਟਰਮ ਜਿਹੜੇ ਰਿਲੇਸ਼ਨਸ ਨੇ, ਤੁਸੀਂ ਡਾਕਟਰ ਦੇ ਹੋਣ ਦੇ ਨਾਤੇ ਇੱਕ ਪ੍ਰੈਕਟਿਸ ਕਰਦੇ ਹੋ ਐਵਰੀ ਸਿੰਗਲ ਡੇ, ਤੁਹਾਡੇ ਕੋਲ ਕੋਈ ਨਾ ਕੋਈ ਆਪਣਾ ਇੱਕ ਦੁੱਖ ਲੈ ਕੇ ਆਉਂਦਾ ਹੈ। How do you deal with that? ਕੋਈ ਕਹਿੰਦਾ ਮੈਨੂੰ ਡਿਪਰੈਸ਼ਨ ਹੈ, ਕੋਈ ਕਹਿੰਦਾ ਮੈਨੂੰ ਕੈਂਸਰ ਹੈ, ਕੋਈ ਕਹਿੰਦਾ ਹਾਰਟ ਅਟੈਕ ਹੋਇਆ ਸੀ, ਐਨੀਥਿੰਗ, ਜਿਹੜੀ ਮਰਜ਼ੀ ਬਿਮਾਰੀ ਚੁੱਕ ਲਓ। ਸੁੱਖ ਦੁੱਖ ਦੀ ਕਹਾਣੀ ਤੁਹਾਡੇ ਨਾਲ ਸਭ ਤੋਂ ਜ਼ਿਆਦਾ ਡਾਕਟਰਸ ਨਾਲ ਅੱਜ ਕੱਲ ਦੇ ਟਾਈਮ ਦੇ ਵਿੱਚ ਸ਼ੇਅਰ ਹੁੰਦੀ ਹੈ। ਤੁਸੀਂ ਇਹਨਾਂ ਚੀਜ਼ਾਂ ਨਾਲ ਡੀਲ ਕਿੱਦਾਂ ਕਰਦੇ ਹੋ, ਆਪਣੇ ਆਪ ਨੂੰ ਕਿੱਦਾਂ ਸਟੇਬਲ ਰੱਖਦੇ ਹੋ? ਹਾਂਜੀ, ਪਹਿਲਾਂ ਤਾਂ ਜਿੱਦਾਂ ਨਾ ਮੇਰਾ ਇੱਕ ਨਿਯਮ ਹੈਗਾ ਵੀ ਮੈਂ ਹਮੇਸ਼ਾ ਅਰਲੀ, ਅਸੀਂ ਸਾਰੀ ਪੂਰਾ ਪਰਿਵਾਰ ਸਵਖਤ ਤੇ ਸਵੇਰੇ ਉੱਠਦੇ ਹਾਂ ਜੀ। ਤੇ ਉਹਦੇ ਬਾਅਦ ਨਹਾ ਧੋ ਕੇ ਅਸੀਂ ਗੁਰਬਾਣੀ ਦਾ ਪਾਠ ਕਰਦੇ। ਸੋ ਮਨ ਜਿਹੜਾ ਹੈਗਾ ਪਹਿਲੋਂ ਕਲੀਨ ਕਰਨਾ ਪੈਂਦਾ। ਜਿੱਦਾਂ ਬੋਡੀ ਦਾ ਇਸ਼ਨਾਨ ਤਾਂ ਹੋ ਗਿਆ ਨਾ ਸਾਬਣ ਔਰ ਪਾਣੀ ਦੇ ਨਾਲ, ਤੇ ਮਨ ਦਾ ਵੀ ਇਸ਼ਨਾਨ ਚਾਹੀਦਾ। ਉਹਦੇ ਨਾਲ ਫਿਰ ਮਨ ਤੁਹਾਡਾ ਕਰੀਬਨ 12 ਤੋਂ 18 ਘੰਟੇ ਬਿਲਕੁਲ 100% ਪਰਫਾਰਮੈਂਸ 'ਚ ਰਹਿੰਦਾ। ਸੋ ਇਹ ਜਿਹੜੀਆਂ ਚੀਜ਼ਾਂ ਹੈ ਨਾ, ਜਿੱਦਾਂ ਹੁਣ ਪੇਸ਼ੈਂਟ ਨੇ ਸਾਡੇ ਕੋਲ ਆਇਆ, ਮੈਂ ਬੱਚਿਆਂ ਦਾ ਡਾਕਟਰ ਹੈਗਾ, ਸੋ ਮਾਵਾਂ ਬਾਪ ਗ੍ਰੈਂਡ ਪੈਰੈਂਟਸ ਲੈ ਕੇ ਆਉਂਦੇ ਆ, ਜੋ ਵੀ ਉਹਨਾਂ ਦੇ ਮਰਜ਼ ਹੈਗੇ ਆ, ਬਜਾਏ ਕਿ ਮੈਂ ਉਹ ਸਰੀਰ ਤੱਕ ਹੀ ਸੀਮਿਤ ਰੱਖਾਂ, ਮੈਂ ਉਹਨਾਂ ਦੇ ਮਨ ਦੀ ਗੱਲ ਵੀ ਸਮਝਣ ਦੀ ਕੋਸ਼ਿਸ਼ ਕਰਦਾ ਤੇ ਰੂਹ ਦੀ ਗੱਲ ਵੀ ਸਮਝਣ ਦੀ ਕੋਸ਼ਿਸ਼ ਕਰਦਾ, ਤਾਂ ਕਿ ਉਹਨਾਂ ਦਾ ਸਰੀਰ, ਮਨ ਔਰ ਆਤਮਾ ਤਿੰਨਾਂ ਦੇ ਵਿੱਚ ਮੈਂ ਉਹਨਾਂ ਦੀ ਕੋਈ ਸਹਾਇਤਾ ਕਰ ਸਕਾਂ। ਔਰ ਜਿਹੜਾ ਨਾ ਤੁਹਾਡੇ ਬੋਲ ਹੈਗੇ ਆ, ਉਹ ਬਹੁਤ ਇੰਪੋਰਟੈਂਟ ਆ, ਕਿਉਂਕਿ ਗੁਰਬਾਣੀ ਕਹਿੰਦੀ ਆ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੇਰਾ। ਤੋ ਅਗਰ ਮਿੱਠਾ ਬੋਲੀ ਹੈ ਨਾ, ਅਗਲੇ ਬੰਦੇ ਦਾ ਦੁੱਖ 50% ਤਾਂ ਉਦਾਂ ਹੀ ਘਟ ਜਾਂਦਾ ਹੈ ਨਾ। ਦੂਜੀ ਗੱਲ ਹੈਗੀ ਆ ਵੀ ਇਹ ਜ਼ਬਾਨ ਜਿਹੜੀ ਹੈਗੀ, ਇਹ 'ਚ ਕੋਈ ਹੱਡੀ ਨਹੀਂ ਆ, ਲੇਕਿਨ ਕੋੜਾ ਬੋਲ ਕੇ ਤੁਸੀਂ ਕਿਸੇ ਦੀ ਹੱਡੀਆਂ ਵੀ ਤੁੜਾ ਸਕਦੇ ਜਾਂ ਆਪਣੀਆਂ ਤੁੜਵਾ ਸਕਦੇ। ਸੋ ਇਹ ਜ਼ਬਾਨ ਜਿਹੜੀ ਹੈਗੀ ਹੈ ਨਾ, ਹਾਂ, ਇਹ ਜ਼ਬਾਨ ਜਿਹੜੀ ਹੈਗੀ ਆ, ਇਹ ਮਿੱਠੀ ਹੋਣੀ ਚਾਹੀਦੀ ਹੈ। ਨਾਲੇ ਮੈਂ ਨਾ ਹਮੇਸ਼ਾ ਆਪਣੇ ਆਪ ਨੂੰ ਥੋੜਾ ਨਿਮਰ 'ਚ ਰੱਖਦਾ ਵੀ ਸਾਰੇ ਮੇਰੇ ਤੋਂ ਚੰਗੇ ਆ, ਮੈਂ ਸਾਰਿਆਂ ਤੋਂ ਨੀਵਾਂ। ਜਦ ਤੁਸੀਂ ਸਾਰਿਆਂ ਨੂੰ ਉੱਪਰ ਰੱਖੋਗੇ ਹਨਾ, ਔਰ ਆਪ ਸਾਰਿਆਂ ਤੋਂ ਥੱਲੇ ਰਹੋਗੇ, ਤਾਂ ਤੁਸੀਂ ਸਰਵ ਹੀ ਕਰਦੇ ਜਾਓਗੇ, ਸਰਵ ਹੀ ਕਰਦੇ ਜਾਓਗੇ। ਦੇਖੋ ਹੁਣ ਤੁਸੀਂ ਬੈਠੇ ਸਟੂਡੀਓ ਤੇ ਹੈਨਾ, ਥੱਲੇ ਧਰਤੀ ਹੈ, ਉਹ ਧਰਤੀ ਦੇ ਥੱਲੇ ਪਾਣੀ ਆ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ। ਔਰ ਪਾਣੀ ਦਾ ਕੀ ਆ ਨਿਯਮ? ਪਾਣੀ ਚੱਲੇ ਨਿਮਾਨ ਨੂੰ, ਗੁਰਮੁਖ ਨਿਮਾਣਾ। ਅਗਰ ਤੁਸੀਂ ਪਾਣੀ ਦੇ ਗੁਣ ਅਪਣਾ ਲਓ, ਦੇਖੋ ਤੁਹਾਨੂੰ ਸਵੱਛ ਕਰਦਾ। ਤੁਸੀਂ ਉਹਦੇ 'ਚ ਮਿੱਠਾ ਪਾ ਦਿਓ, ਉਹ ਮਿੱਠਾ ਹੋ ਜਾਂਦਾ। ਤੁਸੀਂ ਉਹਦੇ 'ਚ ਸਾਲਟ ਪਾ ਦਿਓ, ਉਹ ਨਮਕੀਨ ਹੋ ਜਾਂਦਾ। ਤੁਸੀਂ ਉਹ 'ਚ ਨਿੰਬੂ ਪਾ ਦਿਓ, ਨਿੰਬੂ ਪਾਣੀ ਬਣ ਜਾਂਦਾ। ਤੁਸੀਂ ਉਹਨੂੰ ਤੱਤਾ ਕਰੋ, ਉਹ ਸਟੀਮ ਬਣ ਜਾਂਦਾ। ਤੁਸੀਂ ਉਹਨੂੰ ਫਰੀਜ਼ ਕਰੋ, ਉਹ ਆਈਸ ਬਣ ਜਾਂਦਾ। ਤੁਸੀਂ ਲਾਲ ਰੰਗ ਪਾਓ, ਲਾਲ ਹੋ ਜਾਂਦਾ। ਤੁਸੀਂ ਪੀਲਾ ਰੰਗ ਪਾਓ, ਪੀਲਾ ਹੋ ਜਾਂਦਾ। ਤੁਸੀਂ ਉਹਨੂੰ ਪੰਪ ਕਰਕੇ, ਸਾਡੀ ਬਿਲਡਿੰਗ ਹੈਗੀ ਬੰਬੇ, ਮੈਂ ਉਹਦੀ ਗੱਲ ਦੱਸ ਰਿਹਾ, ਜਿਹੜਾ ਮਿਊਨਿਸਪੈਲਿਟੀ ਦਾ ਪਾਣੀ ਆਉਂਦਾ, ਪੰਪ ਕਰਕੇ ਉੱਤੇ ਟਾਂਕੀ 'ਚ ਪਾ ਦਿਓ, ਉਹਨੇ ਫਿਰ ਥੱਲੇ ਨੂੰ ਰਿੜ ਕੇ ਆ ਜਾਣਾ। ਸੋ ਉਹ ਪਾਣੀ ਦਾ ਜਿਹੜਾ ਨਿਯਮ ਹੈਗਾ, ਅਗਰ ਆਪਾਂ ਉਹੀ ਅਪਣਾ ਲਈਏ, ਕਿਉਂਕਿ 72% ਸਾਡਾ ਸਰੀਰ ਤਾਂ ਪਾਣੀ ਆ, ਸੋ ਬੜਾ ਕੁਛ ਜਿਹੜਾ ਹੈਗਾ ਹੋ ਜਾਂਦਾ। ਕਿਉਂ ਜਿਹੜੇ ਆਪਣੀ ਜਿਹੜੀ ਹੈ ਨਾ ਮਨ ਨੂੰ ਹੈ ਨਾ, ਮਨ ਨੀਵਾ ਤੇ ਮੱਤ ਉੱਚੀ ਹੋਣੀ ਚਾਹੀਦੀ। ਕਿਆ ਬਾਤ ਹੈ। ਮੇਰਾ ਜੀ ਕਰਦਾ ਬਸ ਮੈਂ ਤੁਸੀਂ ਬੋਲਦੇ ਰਹੋ, ਅੱਜ ਤੁਸੀਂ ਜੋ ਤੁਹਾਡਾ ਜੀ ਕਰਦਾ ਬੋਲਦੇ ਰਹੋ, ਮੈਂ ਤੁਹਾਨੂੰ ਕੁਛ ਨਹੀਂ ਪੁੱਛਣਾ ਹੋਰ। ਮੇਰਾ ਮੈਨੂੰ ਲੱਗਦਾ ਮੇਰੇ ਕੋਲ ਸਵਾਲ ਬਹੁਤ ਨੇ, ਪਰ ਮੇਰਾ ਜੀ ਕਰਦਾ ਬਸ ਮੈਂ ਤੁਹਾਨੂੰ ਸੁਣੀ ਜਾਵਾਂ। ਰਹਿਣ ਦੋ, ਪੁੱਛਣ ਪਛਾਣ ਦਾ ਕੋਈ ਸਿਸਟਮ ਛੱਡ ਹੀ ਦੋ। ਮਤਲਬ ਕਿ ਸਵਾਲਾਂ 'ਚ ਕੀ ਪਿਆ, ਹਰੇਕ ਜਵਾਬ ਤਾਂ ਸਾਨੂੰ ਪਤਾ ਹੁੰਦਾ, ਬਸ ਅਸੀਂ ਐਕਸੈਪਟ ਨਹੀਂ ਕਰਦੇ। ਬਟ ਤੁਸੀਂ ਬੋਲਦੇ ਰਹੋ, ਮੈਂ ਸੁਣਦੀ ਰਵਾਂ, ਮੇਰੇ ਕੰਨਾਂ 'ਚ ਨਾ ਮਿਠਾਸ ਪੈ ਰਹੀ ਹੈ। ਔਰ ਸੱਚੀ ਦੱਸਾਂ, ਅੱਜ ਸਵੇਰੇ ਤੁਸੀਂ ਬਿਲੀਵ ਨਹੀਂ ਕਰੋਗੇ, ਅੱਜ ਮਲਾਈ ਵੀ ਲੱਗੀ ਹੋਈ ਹੈ। ਚਾਹ ਨਹੀਂ ਮੈਂ ਪੀਤੀ, ਮੈਂ ਕਿਹਾ ਮੈਂ ਪਹਿਲਾਂ ਇਹਨਾਂ ਦੀਆਂ ਗੱਲਾਂ ਸੁਣਨੀਆਂ ਨੇ, ਚਾਹ ਮੈਂ ਬਾਅਦ 'ਚ ਪੀਵਾਂਗੀ। ਨਹੀਂ ਚਾਹ ਪੀਓ, ਚਾਹ ਪੀਓ, ਚਾਹ ਠੰਡੀ ਹੋ ਗਈ ਹੁੰਦਾ, ਮੈਂ 2 ਵਾਰੀ ਗਰਮ ਵੀ ਕਰ ਲਈ। ਮੈਂ ਮਾਫੀ ਮੰਗਦਾ, ਤੁਹਾਡੀ ਚਾਹ ਠੰਡੀ ਕਰਵਾ ਦਿੱਤੀ। ਮੈਂ ਜਦੋਂ ਵੀ ਚੱਕਣ ਦੀ ਕੋਸ਼ਿਸ਼ ਕਰਦੀ ਹਾਂ, ਕੋਈ ਨਾ ਕੋਈ ਸੱਦਾ ਆ ਜਾਂਦਾ। ਮੈਂ ਕਹਿੰਦੀ ਮੈਂ ਬਾਅਦ 'ਚ ਹੀ ਪੀ ਲਾਂਗੀ, ਯਾਰ ਪੂਰਾ ਸਬਰ ਨਾਲ ਪੀਵਾਂਗੀ। क्या बात है। सबर संतोख बहुत इंपॉर्टेंट है, क्योंकि ਜਿਹੜੇ ਡਿਫਾਈਨਿੰਗ ਪੁਆਇੰਟ ਹੈ ਨਾ ਹਿਊਮਨ ਲਾਈਫ ਦੇ ਸਕਸੈਸ ਦੇ,
ਉਹ ਸੱਤ ਆ ਔਰ ਸੰਤੋਖ ਆ। ਜਿਹਦੇ ਕੋਲ ਸੱਤ ਹੈਗਾ, ਸੰਤੋਖ ਹੈਗਾ, ਉਹਦੇ ਪੱਲੇ ਸਾਰਾ ਕੁਝ ਹੈਗਾ। ਬਾਕੀ ਤਾਂ ਬਿਲ ਗੇਟ ਦੇਖ ਲਓ ਕਿੱਥੇ ਤੁਰਿਆ ਫਿਰਦਾ ਵਿਚਾਰਾ ਹੁਣ, ਹੈਨਾ। ਸੋ ਪੈਸੇ ਦਾ ਜਿਹੜਾ ਹੈਗਾ ਨਾ, ਕੋਈ ਵਜੂਦ ਨਹੀਂ ਹੁੰਦਾ, ਕਿਉਂਕਿ ਖਾਲੀ ਹੱਥ ਆਏ ਆ ਤੇ ਖਾਲੀ ਹੱਥ ਜਾਣਾ। ਹੁਣ ਮੈਂ ਬੱਚੇ ਦੇਖਦਾ ਨਾ, ਜਦੋਂ ਬੌਰਨ ਹੁੰਦੇ ਆ, ਮੈਂ ਦੇਖਿਆ ਮੇਰੇ ਹੱਥ 'ਚ ਕਰੀਬਨ 10,000 ਬੱਚੇ ਪੈਦਾ ਹੋਏ ਹਨ। ਸੋ ਮੈਂ ਉੱਥੇ ਡਿਲੀਵਰੀ ਵੀ ਅਟੈਂਡ ਕਰਦਾ ਸੀ, ਹੁਣ ਘੱਟ ਜਾਂਦਾ ਹਸਪੀਟਲ। ਬੱਚਿਆਂ ਦੀ ਮੁੱਠੀਆਂ ਏਦਾਂ ਹੁੰਦੀਆਂ, ਔਰ ਤੁਸੀਂ ਅਗਰ ਡੈਡ ਬੋਡੀ ਦੇਖੋ, ਉਹਦੇ ਹੱਥ ਏਦਾਂ ਹੁੰਦੇ। ਸੋ ਆਪਾਂ ਜੋ ਕੁਝ ਲੈ ਕੇ ਆਏ ਹੁੰਦੇ ਆ, ਉਹ ਵੀ ਗਵਾ ਕੇ ਚਲੇ ਜਾਂਦੇ। ਮੇਰੀ ਗੱਲ ਹੈਗੀ ਰੂਹਾਨੀਅਤ ਦੀ। ਸੋ ਅਸੀਂ ਕਹਿੰਦੇ ਆ ਨਾ, ਵੀ ਆਰ ਹਿਊਮਨ ਬੀਇੰਗ। ਮੇਰਾ ਡੈਫੀਨੇਸ਼ਨ ਥੋੜਾ ਜਿਹਾ ਅਲੱਗ ਹੈ। ਵੀ ਆਰ ਸਪਿਰਿਚੁਅਲ ਬੀਇੰਗ ਇਨ ਅ ਹਿਊਮਨ ਫਾਰਮ। ਸੋ ਆਤਮਾ ਪਹਿਲੋਂ ਆ, ਬਾਹਰਲਾ ਸ਼ੈਲ ਜਿਹੜਾ ਹੈਗਾ ਪਰਮਾਤਮਾ ਨੇ ਦੇ ਦਿੱਤਾ ਹਿਊਮਨ ਦਾ, ਰਾਈਟ। ਸੋ ਇਹ ਜਿਹੜੀ ਗੱਲ ਹੈ ਬਹੁਤ ਇੰਪੋਰਟੈਂਟ ਹੈ, ਵੀ ਅਸੀਂ ਕੋਰ ਜਿਹੜਾ ਸਾਡਾ ਸਪਿਰਿਚੁਅਲਿਜ਼ਮ ਹੈ, ਉਹਦੇ ਉੱਤੇ ਅਸੀਂ ਲੱਗੀਏ। ਮਦਰ ਟਰੀਸਾ ਦੇ ਇੱਕ ਵਾਰੀ ਮੈਂ ਦਰਸ਼ਨ ਕੀਤੇ, ਬਹੁਤ ਨਿੱਕਾ ਸੀ ਮੈਂ ਬੰਬੇ, ਤੇ ਮੈਂ ਮਿਲ ਨਹੀਂ ਸਕਿਆ, ਬਹੁਤ ਦੂਰੋਂ। ਤਾਂ ਉਹ ਕਹਿੰਦੀ ਹੁੰਦੀ ਸੀ ਵੀ ਅਗਰ ਤੁਸੀਂ ਹਰ ਇੱਕ ਬੰਦੇ ਨੂੰ ਜਜਮੈਂਟਲ ਤੌਰ ਦੇ ਉੱਤੇ ਕਹੋਗੇ ਵੀ ਚੰਗਾ ਹੈ ਮਾੜਾ, ਤੇ ਤੁਹਾਡੇ ਕੋਲ ਕੋਈ ਟਾਈਮ ਨਹੀਂ ਰਹਿਣਾ ਉਹਨੂੰ ਪਿਆਰ ਕਰਨ ਵਾਸਤੇ। ਸੋ ਐਕਸੈਪਟ ਐਵਰੀਬਡੀ, ਲਵ ਐਵਰੀਬਡੀ। ਦਲਾਈ ਲਾਮਾ ਸਾਹਿਬ ਕੁਝ 10 ਕੁ ਵਾਰੀ ਪਹਿਲਾਂ ਇੱਥੇ ਵੈਂਕੂਵਰ ਆਏ, ਮੇਰੀ 2 ਮਿੰਟ ਦੀ ਮੁਲਾਕਾਤ ਹੋਈ ਸੀ, ਬੜੀ ਮੁਸ਼ਕਿਲ ਦੇ ਨਾਲ, ਉਹ ਵੀ ਫਰੈਂਡਸ਼ਿਪ ਸੀ ਕਿਸੇ ਦੇ ਨਾਲ, ਕਿਉਂਕਿ ਹੀ ਇਜ਼ ਅ ਵੈਰੀ ਬਿਗ ਪਰਸਨੈਲਿਟੀ, ਹੈ ਨਾ। ਸੋ ਮੈਨੂੰ ਇੱਕ ਸਵਾਲ ਪਾਇਆ ਉਹਨਾਂ ਨੇ, ਵਾਟ ਇਜ਼ ਲਵ, ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ, ਹੈ ਨਾ। ਮੈਂ ਹੁਣ ਸਾਇੰਟਿਫਿਕ ਬੇਸਿਸ ਏਦਾਂ ਕਹਿੰਦਾ, ਹੈ ਨਾ, ਦ ਵੇ ਹੀ ਟਾਕ। ਹੁਣ ਸੁਣੋ ਉਹਦਾ ਡੈਫੀਨੇਸ਼ਨ, ਦਲਾਈ ਲਾਮਾ ਸਾਹਿਬ ਕਹਿੰਦਾ, ਲਵ ਇਜ਼ ਐਬਸੈਂਸ ਆਫ ਜਜਮੈਂਟ। ਜਦੋਂ ਤੁਹਾਡਾ ਮਨ ਜਜਮੈਂਟਲ ਹੋਣਾ ਬੰਦ ਹੋ ਗਿਆ, ਉਹ ਪ੍ਰੇਮ ਆ। ਬਾਕੀ ਤਾਂ ਸਾਰਾ ਮਨ ਦੀ ਖੇਡ ਹੈ। ਵੈਲ, ਮੈਂ ਵੀ ਕਿਤੇ ਲਾਈਨ ਪੜ੍ਹੀ ਸੀ, ਲਵ ਕੈਨ ਨਾਟ ਬੀ ਡਿਫਾਈਨਡ, ਵੈਨ ਇਟ ਡਿਫਾਈਨ ਇਟ ਡਾਈਜ਼। ਬਿਲਕੁਲ ਸਹੀ ਬਾਤ ਹੈ ਨਾ। ਵੈਲ, ਪਿਆਰ ਸ਼ਬਦ ਹੈ ਜਿੰਨਾ ਛੋਟਾ, ਉਹਦੀ ਕਹਾਣੀ ਬੜੀ ਲੰਬੀ ਹੈ। ਜਿੰਨਾ ਸਮਝਦੇ ਜਾਓਗੇ, ਕਿਸੇ ਗੱਲ ਨੂੰ ਸਮਝਣ ਲੱਗੇ ਤਾਂ ਸ਼ਾਇਦ ਬੜੀ, ਤੁਸੀਂ ਇੰਨੀਆਂ ਸੋਹਣੀਆਂ ਗੱਲਾਂ ਕੀਤੀਆਂ ਨੇ, ਸਮਝਣ ਵਾਲੇ ਨੇ ਤੇ ਇੱਕ ਸਕਿੰਟ ਨਹੀਂ ਲਾਉਣਾ ਸਮਝਣ ਲੱਗੇ। ਜਿਹਨੂੰ ਸਮਝਾਈ ਜਾਓ, ਜਿਹਨੇ ਸਮਝਣਾ ਨਹੀਂ, ਉਹਨੂੰ ਜਿਹੜੇ ਮਰਜ਼ੀ ਪੱਤਰੇ ਚੱਕ ਕੇ ਪੜ੍ਹ ਦੋ, ਉਹਨੇ ਕਹਿਣਾ ਨਹੀਂ ਹਲੇ ਸਮਝ ਨਹੀਂ ਲੱਗੀ, ਕਿ ਨਹੀਂ। ਜਦੋਂ ਰਾਜ ਕਪੂਰ ਦਾ ਗਾਣਾ ਵੀ ਹੈ, ਨਾ ਸਮਝੇ ਉਹ अनाड़ी है, समझने वाले समझ बॉम्बे का बॉय आज बॉम्बे का छोरा हमारे साथ है। इस ਵੇਲੇ ਆਪਾਂ ਕੋਰੋਨਾ ਦੀ ਵੈਕਸੀਨੇਸ਼ਨ ਦੀ ਗੱਲ ਕਰੀਏ, ਮੈਂ ਚਾਹਨੀ, ਮੈਨੂੰ ਪਤਾ ਹੈ ਕਿ ਤੁਹਾਨੂੰ ਗਾਉਣ ਦਾ ਸ਼ੌਂਕ ਵੀ ਹੈਗਾ, ਹਲਕਾ ਜਿਹਾ, ਹਨਾ। ਹਲਕਾ ਜਿਹਾ ਸਾਡੀ ਮਾਰਨਿੰਗ ਨੂੰ ਬਿਹਤਰੀਨ ਬਣਾਉਣ ਵਾਸਤੇ 2 ਸ਼ਬਦ ਕਿਸੇ ਵੀ ਕਿਸ਼ੋਰ ਕੁਮਾਰ ਜੀ ਦੀ, ਐਨੀਬਡੀ, ਥੋੜੀ ਜਿਹੀ 2 ਲਾਈਨਾਂ ਪਲੀਜ਼ ਸਾਡੇ ਲਈ। कोरा कागज था ये मन मेरा, लिख दिया नाम इस पे तेरा। बड़ा प्यारा, मतलब मैं निक्का जिहा ਸੀ, ਮੇਰੇ ਬਰਥ 63 ਦਾ, ਇਹ ਮੂਵੀ 69 ਚ ਆਈ ਸੀ, ਆਰਾਧਨਾ। ਮੈਂ ਆਪਣੇ ਡੈਡੀ ਮੰਮੀ ਦੇ ਨਾਲ ਦੇਖੀ ਸੀ ਥੀਏਟਰ 'ਚ। I fell in love with ਰਾਜੇਸ਼ ਖੰਨਾ, ਸ਼ਰਮੀਲਾ ਟੈਗੋਰ, ਐਂਡ ਉਹਦੇ ਬਾਅਦ ਕਈ ਵਾਰ ਦੇਖੀ ਮੈਂ, ਕਿਉਂਕਿ ਉਹਦੇ ਵਿੱਚ ਜਦੋਂ ਅਸੀਂ ਜਵਾਨ ਹੋ ਰਹੇ ਸੀ, ਉਹ ਗਾਣਾ ਤਾਂ ਮਤਲਬ ਇੱਕ ਕਿਸਮ ਦਾ ਐਂਥਮ ਸੀ ਨਾ। मेरे सपनों की रानी कब आएगी तू, आ गई है। ਹੁਣ ਨਹੀਂ ਗਾਣਾ ਤੁਸੀਂ ਗਾਣਾ ਵਾਲਾ। ਹੁਣ ਤਾਂ ਮੇਰੀ ਮੈਰਿਜ ਨੂੰ 36 ਸਾਲ ਹੋ ਗਏ ਆ। ਤੁਸੀਂ ਹਲੇ ਵੀ ਬੱਚੇ ਹੋ, ਹਲੇ ਵੀ ਤੁਹਾਡੀ ਜਵਾਨੀ ਹਲੇ ਤਾਂ ਆ ਰਹੀ ਹੈ। ਕੌਣ ਕਹਿ ਰਿਹਾ ਤੁਸੀਂ ਯੂ ਆਰ ਬੋਰਨ ਇਨ 63? ਤੁਸੀਂ ਹਲੇ ਵੀ ਬਚਪਨਾ ਕਰਦੇ ਹੋ, ਲੁੱਕਾ ਛਿੱਪੀ ਖੇਲਦੇ ਹੋ, ਜੱਫੀ ਪਾਉਣ ਵਾਸਤੇ ਅੱਗੇ ਪਿੱਛੇ ਮਾਰਕਿੰਦੇ ਫਿਰਦੇ ਹੋ। ਯੂ ਆਰ ਦੀ ਮੋਸਟ ਰੋਮਾਂਟਿਕ ਪਰਸਨ ਸੋ ਫਾਰ ਰਾਈਟ ਨਾਓ। ਤੇ ਕੌਣ ਕਹਿੰਦਾ ਕਿ ਤੁਹਾਡਾ ਬਚਪਨਾ ਚਲਾ ਗਿਆ? ਬਚਪਨਾ ਰਹਿਣਾ ਚਾਹੀਦਾ, ਕਿਉਂਕਿ ਦਿਲ ਤੋਂ ਬੱਚਾ ਹੈ ਜੀ। ਦਿਲ ਹਮੇਸ਼ਾ ਬੱਚਾ ਰਹਿਣਾ ਚਾਹੀਦਾ, ਕਿਉਂਕਿ ਅੰਦਰ ਨਾ ਤੁਹਾਡੇ ਜਿਸ ਦਿਨ ਬਚਪਨਾ ਖਤਮ ਹੋ ਗਿਆ, ਉਸ ਦਿਨ ਫਿਰ ਜ਼ਿੰਦਗੀ ਜੀਣ ਜੋਗੀ ਬਹੁਤ ਦੁਖਦਾਈ ਹੋ ਜਾਣੀ। ਕਿਉਂਕਿ ਅਗਰ ਬੱਚੇ ਨੂੰ ਦੇਖੋ ਨਾ, ਬੱਚਾ, ਮੈਂ ਕਈ ਜਿਹੜੇ ਨਿੱਕੇ ਬੱਚੇ ਮੈਂ ਗੱਲ ਕਰਦਾ, ਜਿਵੇਂ 1.5 ਸਾਲ ਦੇ, 2 ਸਾਲ ਦੇ, ਉਹਨਾਂ ਨੂੰ ਨਹੀਂ ਪਤਾ ਅੱਜ 14 ਮਈ ਹੈ 2021 ਹੈ। ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਕੋਵਿਡ ਤੁਰ ਰਿਹਾ, ਇਹ ਹੋ ਰਿਹਾ। ਉਹ ਆਪਣੀ ਮੌਜ 'ਚ ਆ, ਮਸਤੀ 'ਚ ਆ। ਅਗਰ ਰਾਜ ਤੁਰੇ ਜਾਂਦੇ ਆ, ਵਾਟਰ ਪੜ ਲਿਆ, ਉਹਦੇ 'ਚ ਜੰਪ ਕਰਕੇ ਜਾਣਗੇ, ਰੋਲ ਅਪ ਹੋ ਜਾਣਗੇ ਮਿੱਟੀ 'ਚ। ਜ਼ਿੰਦਗੀ ਜੀਣਾ ਇਸੀ ਦਾ ਨਾਮ ਹੈ, ਇਹੀ ਤਾਂ ਜ਼ਿੰਦਗੀ ਹੈ। That's so true. ਸੁੱਖ ਦੁੱਖ ਦੀ ਕਹਾਣੀ ਤੁਹਾਡੇ ਨਾਲ ਮੈਂ ਹਲੇ ਵੀ ਕਹਿ ਰਹੀ ਹਾਂ। ਮੇਰਾ ਜੀ ਕਰਦਾ ਬਸ ਮੈਂ ਤੁਹਾਨੂੰ ਸੁਣਾ, ਮੈਨੂੰ ਕੁਐਸਚਨ ਅਗਲਾ ਭੁੱਲ ਜਾਂਦਾ। ਮੈਂ ਜੋ ਕੁਝ ਲਿਖਿਆ ਸੀ ਸਾਰਾ ਉੱਪਰ ਦੀ ਲੰਘ ਗਿਆ। ਮੈਂ ਕਿਹਾ ਛੱਡ ਵਾਲਾ ਸ਼ਿਲਪੀ, ਕੀ ਰੱਖਿਆ ਕੁਐਸਚਨ ਸਵਾਲਾਂ 'ਚ? ਵੈਕਸੀਨ ਦੀ ਗੱਲ ਕਰ ਰਹੇ ਸੀ ਤੁਸੀਂ, ਵੈਕਸੀਨ ਦੀ ਗੱਲ ਕਰਦੇ, ਮੁੱਦੇ ਦੀ ਗੱਲ। ਆ ਜਿਹੜੀ ਤੁਸੀਂ ਹੁਣ ਜਿਹੜੀਆਂ ਗੱਲਾਂ ਕਹੀਆਂ ਨੇ, ਹਲੇ ਤੱਕ ਜਿਹੜਾ ਮੈਂ 10 ਜਾਂ 15 ਮਿੰਟ ਜਿੰਨੇ ਵੀ ਆਪਾਂ ਨੂੰ ਗੱਲ ਕਰਦੇ ਹੋਏ,
ਅੱਧੇ ਜਿਹੜੀ ਤੁਸੀਂ ਬਿਮਾਰੀਆਂ ਨੇ ਉਹ ਤਾਂ ਤੁਸੀਂ ਵੈਸੇ ਦੂਰ ਕਰਤੀਆਂ, ਲੇਕਿਨ ਜਿਹੜੀ ਹੁਣ ਰਿਐਲਿਟੀ ਬੇਸਡ ਆਪਾਂ ਉਤਰੀਏ ਡਾਕਟਰ ਹੋਣ ਦੇ ਨਾਤੇ, ਤੁਸੀਂ ਲੋਕੀ ਨਾ ਬੜੇ ਡਰੇ ਹੋਏ ਹੈ ਪੁਰਜੀ ਸਾਹਿਬ ਕਿ ਵੈਕਸੀਨੇਸ਼ਨ ਲਈ ਜਾਵੇ ਕਿ ਨਹੀਂ, ਕਿਉਂਕਿ ਕਰੋਨਾ ਨੇ ਇੰਨੀ ਦਹਿਸ਼ਤ ਫੈਲਾਤੀ ਹੈ ਪਿਛਲੇ 2 ਸਾਲ ਤੋਂ। ਐਵਰੀਬਡੀ ਇਜ਼ ਲਾਈਕ ਘਰੇ ਬੈਠੇ ਨੇ, ਦਿਸ ਆਈ ਮੀਨ ਨਾ ਚਾਹੁੰਦੇ ਹੋਏ ਵੀ ਦੇ ਫੇਸਿੰਗ ਕਾਈਂਡ ਆਫ ਡਿਪਰੈਸ਼ਨ, ਕਿਉਂਕਿ ਘਰੇ ਨੇ, ਕੋਈ ਆਣਾ ਜਾਣਾ ਨਹੀਂ ਹੈ, ਕਿਤੇ ਕਿਤੇ ਮਿਲਣਾ ਮਿਲਾਉਣਾ ਨਹੀਂ ਹੈ। ਅੱਜ ਜਦੋਂ ਉਸ ਚੀਜ਼ ਤੋਂ ਅਸੀਂ ਬਾਹਰ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਫਿਰ ਡਰ ਇੱਕ ਹੈਗਾ ਕਿ ਵੈਕਸੀਨੇਸ਼ਨ ਲਗਵਾਈ ਜਾਏ ਨਹੀਂ ਲਗਵਾਈ ਜਾਏ। ਤੁਸੀਂ ਖੁਦ ਵੀ ਲਗਵਾਈ ਹੈ, ਕੀ ਸਲਾਹ ਦੋਗੇ? ਦ ਵੈਰੀ ਡਾਇਰੈਕਟ ਔਰ ਓਨੈਸਟ ਸਲਾਹ ਸਾਰੇ ਸੁਣਨ ਵਾਲਿਆਂ ਨੂੰ। ਮੈਂ ਤਾਂ ਕਹੂੰਗਾ ਵੀ ਸਾਰਿਆਂ ਨੂੰ 100% ਆਵਾਮ ਨੂੰ ਸਾਰਿਆਂ ਨੂੰ ਵੈਕਸੀਨੇਸ਼ਨ ਲਾਉਣੀ ਚਾਹੀਦੀ ਆ। ਔਰ ਇਸ ਲਈ ਮੈਂ ਕਹਿ ਰਿਹਾ ਵੀ ਇਹ ਇੱਕ ਤਰੀਕਾ ਹੈਗਾ ਵੀ ਜਿਹੜੀ ਮਹਾਮਾਰੀ ਹੈ, ਐਪੀਡੈਮਿਕ ਹੈ ਕੋਵਿਡ ਦੀ, ਅਸੀਂ ਉਹਨੂੰ ਦਬਾ ਸਕਾਂਗੇ, ਥੱਲੇ ਲੈ ਕੇ ਆ ਸਕਾਂਗੇ। ਫਿਰ ਸਾਡਾ ਜਨ ਜੀਵਨ ਪਹਿਲੇ ਵਰਗਾ ਹੋ ਸਕਦਾ, ਜਿੱਦਾਂ ਆਪਾਂ ਪਹਿਲਾਂ ਬਾਹਰ ਘੁੰਮਣ ਫਿਰਨ ਜਾਂਦੇ ਸੀ, ਥੀਏਟਰ 'ਚ ਜਾਂਦੇ ਸੀ, ਕੌਂਸਰਟਸ, ਟਰੈਵਲ ਕਰਦੇ ਸੀ, ਇੱਕ ਦੂਜੇ ਨੂੰ ਮਿਲਦੇ ਸੀ। ਉਹ ਟਾਈਮ ਆ ਰਿਹਾ। ਕਿਉਂ ਕਹਿ ਰਹੇ ਹਾਂ? ਕਿਉਂਕਿ ਇਜ਼ਰਾਈਲ 'ਚ ਆਲਮੋਸਟ 85% ਨੂੰ ਵੈਕਸੀਨੇਸ਼ਨ ਹੋਈ ਆ। ਅੱਜ ਕੋਈ ਲੋਕਡਾਊਨ ਨਹੀਂ ਆ, ਸਭ ਖੁੱਲ ਗਿਆ, ਥੀਏਟਰਸ ਵੀ ਖੁੱਲ ਗਿਆ, ਕੋਈ ਮਾਸਕ ਨਹੀਂ ਪਾਉਂਦਾ। ਅਮਰੀਕਾ 'ਚ ਕਾਫੀ ਸਿਟੀਜ਼ 'ਚ ਉਹਨਾਂ ਨੇ ਗਾਈਡਲਾਈਨਸ ਜਿਹੜੀਆਂ ਵੇਵ ਕਰ ਦਿੱਤੀਆਂ। ਫਲੋਰੀਡਾ ਲੈ ਲਓ, ਟੈਕਸਸ ਲੈ ਲਓ, ਕਿਉਂਕਿ ਉੱਥੇ 50 ਤੋਂ 60% ਲੋਕਾਂ ਨੂੰ ਵੈਕਸੀਨੇਸ਼ਨ ਹੋ ਚੁੱਕਿਆ ਹੈ। ਜਦੋਂ ਸਾਡੇ ਆਵਾਮ ਨੂੰ 70% ਤੋਂ ਜ਼ਿਆਦਾ ਵੈਕਸੀਨੇਸ਼ਨ ਹੋ ਜਾਊਗੀ, ਕੋਵਿਡ ਇੱਥੇ ਵੀ ਘਟ ਜਾਏਗਾ। ਇਸ ਵੇਲੇ ਕੈਨੇਡਾ 'ਚ 42% ਲੋਕਾਂ ਨੂੰ ਘੱਟ ਤੋਂ ਘੱਟ 1 ਡੋਜ਼, ਤਕਰੀਬਨ 18% ਨੂੰ 2-2 ਡੋਜ਼ ਵੀ ਮਿਲ ਚੁੱਕੇ ਆ। ਔਰ ਤੁਸੀਂ ਦੇਖੋ, ਜਦੋਂ ਪਹਿਲਾ ਵੇਵ ਸੀ ਉਦੋਂ ਰੈਸੀਡੈਂਸ਼ੀਅਲ ਕੇਅਰ ਹੋਮ ਜਿਹੜੇ ਸਾਡੇ ਬਜ਼ੁਰਗ ਸੀ, ਉਹਨਾਂ ਨੂੰ ਕਾਫੀ ਸੰਘਰਸ਼ ਕਰਨਾ ਪਿਆ। ਅੱਜ ਤੁਸੀਂ ਦੇਖੋ ਸਾਰੇ ਟੋਟਲੀ ਵੈਕਸੀਨੇਟਿਡ ਹੈ, 2-2 ਡੋਜ਼ ਲੱਗ ਚੁੱਕੇ ਆ। ਉਹਨਾਂ ਦੇ ਵਿੱਚ ਕੋਈ ਵੀ ਇਹੋ ਜਿਹੀ ਟਰਬਲ ਨਹੀਂ ਆ ਰਹੀ, ਜ਼ਿਆਦਾ ਕਮਿਊਨਿਟੀ 'ਚ ਆ ਰਿਹਾ। ਹਾਂ, ਕਈ ਵਾਰ ਡਰ ਹੁੰਦਾ, ਕਈ ਵਾਰ ਸਾਨੂੰ ਚਿੰਤਾਵਾਂ ਹੁੰਦੀਆਂ, ਖਾਸ ਕਰਕੇ ਐਸਟਰਾਜ਼ੈਨੇਕਾ ਦੇ ਨਾਲ ਥੋੜੀ ਜਿਹੀ ਕਲੌਟਿੰਗ ਦੀ ਪ੍ਰੋਬਲਮ ਆਈ ਸੀ। ਉਹਦੇ ਵਿੱਚ ਆਲਮੋਸਟ ਪੂਰੇ ਪ੍ਰੋਵਿੰਸਿਸ ਨੇ ਤੇ ਟੈਰੀਟਰੀਜ਼ ਨੇ ਕਿਹਾ ਵੀ ਪਹਿਲਾ ਡੋਜ਼ ਐਸਟਰਾਜ਼ੈਨੇਕਾ ਦਾ ਅਸੀਂ ਨਹੀਂ ਲਾਵਾਂਗੇ। ਜਿਹਨੂੰ ਪਹਿਲਾਂ 1 ਡੋਜ਼ ਲੱਗ ਚੁੱਕਿਆ, ਉਹਨੂੰ ਸ਼ਾਇਦ ਦੂਜਾ ਡੋਜ਼ ਅਗਰ ਉਹ ਲਾਉਣਾ ਚਾਹੁੰਦਾ ਲਾ ਲੈ, ਨਹੀਂ ਤਾਂ ਅਸੀਂ ਉਹਨੂੰ ਆਪਸ਼ਨ ਦੇ ਸਕਦੇ ਹਾਂ ਫਾਈਜ਼ਰ ਜਾਂ ਮੋਡਰਨਾ ਵੀ ਲਾ ਲੇ। ਕਿਉਂਕਿ ਇਨਸਾਨ ਦਾ ਜਿਹੜਾ ਡਰ ਹੈਗਾ ਨਾ, ਉਹ ਵੀ ਬਹੁਤ ਜ਼ਰੂਰੀ ਹੈ। ਅਗਰ ਕੋਈ ਕਹਿੰਦਾ ਵੀ ਨਹੀਂ ਮੈਨੂੰ ਉਹ 'ਚ ਵਿਸ਼ਵਾਸ ਨਹੀਂ ਹੈ, ਗੱਲ ਵੀ ਸਹੀ। ਜੋ ਮੈਡੀਸਿਨ ਦੇ ਵਿੱਚ ਨਾ 25% ਤਾਂ ਮੈਡੀਸਿਨ ਵਿਸ਼ਵਾਸ ਦੇ ਉੱਤੇ ਖਲੋਤਾ। ਔਰ ਇਹ ਰਿਸਰਚ ਬੇਸ ਮੈਂ ਤੁਹਾਡੇ ਨਾਲ ਸ਼ਿਲਪੀ ਜੀ ਗੱਲ ਕਰ ਰਿਹਾ। ਅਗਰ ਮੈਂ ਖੁਸ਼ੀ ਜਾਊਂਗਾ ਵੀ ਮੈਂ ਵੈਕਸੀਨੇਸ਼ਨ ਲਾਉਣੀ ਆ, ਮੈਨੂੰ ਬਹੁਤ ਸੋਹਣੀ ਪ੍ਰੋਟੈਕਸ਼ਨ ਮਿਲਣੀ ਆ ਤੇ ਮੇਰੀ ਐਂਟੀਬਾਡੀਜ਼ ਲੈਵਲ ਜ਼ਿਆਦਾ ਬਣਨਗੀਆਂ। ਅਗਰ ਮੈਂ ਦੁਖੀ ਜਾਊਂਗਾ, ਪਤਾ ਨਹੀਂ ਮੈਨੂੰ ਕੁਝ ਹੋ ਜਾਊਗਾ, ਮੇਰੇ ਸਰੀਰ ਨੂੰ ਡੈਮੇਜ ਹੋ ਜਾਊਗਾ, ਮੇਰਾ ਜੀ ਨਹੀਂ ਕਰਦਾ ਮੈਂ ਵੈਕਸੀਨੇਸ਼ਨ ਲਾਵਾਂ, ਮੇਰੀ ਐਂਟੀਬਾਡੀ ਲੈਵਲ ਘੱਟ ਬਣਨਗੇ। ਜਿਹੜੇ ਸਾਡੇ ਮੂਡ ਆ, ਉਹ ਵੀ ਐਂਟੀਬਾਡੀਜ਼ ਨੂੰ, ਇਮਿਊਨ ਸਿਸਟਮ ਨੂੰ ਮੋਡੂਲੇਟ ਕਰਦੇ ਆ। ਸੋ ਇਸ ਲਈ ਮੈਂ ਕਹਿੰਦਾ ਵੀ ਬਹੁਤ ਹੀ ਵੱਡੀ ਮਾਤਰਾ 'ਚ 40 ਮਿਲੀਅਨ ਡੋਜ਼ ਜਿਹੜੇ ਹੈਗੇ ਆ ਫਾਈਜ਼ਰ ਦੇ ਆ ਰਹੇ ਕੈਨੇਡਾ 'ਚ, 20 ਮਿਲੀਅਨ ਡੋਜ਼ ਮੋਡਰਨਾ ਦੇ ਆ ਰਿਹਾ। ਐਸਟਰਾਜ਼ੈਨੇਕਾ ਆਪਸ਼ਨ ਰਹੇਗੀ ਵੀ ਜਿਹਨੇ ਪਹਿਲੇ 1 ਡੋਜ਼ ਲਾਇਆ ਉਹ ਸੈਕੰਡ ਡੋਜ਼ ਲਵਾ ਸਕਦਾ, ਜਾਂ ਉਹਨੂੰ ਫਾਈਜ਼ਰ ਮੋਡਰਨਾ ਵੀ ਮਿਲ ਸਕਦੀ ਆ। ਜਿਹੜੀ ਨਾ ਗਾਈਡਲਾਈਨਸ ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮਨਾਈਜੇਸ਼ਨ, ਜਿਹਨੂੰ ਆਪਾਂ ਨਾਸੀ ਕਹਿੰਦੇ ਕੈਨੇਡਾ 'ਚ, ਉਹਨਾਂ ਦੇ ਸੀ ਵੀ 4 ਮਹੀਨੇ ਤੱਕ ਵੀ ਵੇਟ ਕੀਤਾ ਜਾ ਸਕਦਾ, ਕੋਈ ਹਰਜ ਨਹੀਂ ਆ। ਲੇਕਿਨ ਉਹ ਗੈਪ 3 ਮਹੀਨੇ ਦੇ ਵਿੱਚ ਪੂਰੇ ਹੋਣ ਦੀ ਸੰਭਾਵਨਾ, ਕਿਉਂਕਿ ਹੁਣ ਸਾਨੂੰ ਵੈਕਸੀਨੇਸ਼ਨ ਜ਼ਿਆਦਾ ਮਿਲ ਰਹੀ ਆ। ਰਿਸਰਚ ਯੂਕੇ ਤੋਂ ਇਹ ਆ ਰਿਹਾ ਵੀ ਜਿਹਨੇ 1 ਡੋਜ਼ ਵੈਕਸੀਨ ਲਾਈ ਐਸਟਰਾਜ਼ੈਨੇਕਾ, ਉਹਨੂੰ ਕੋਈ ਸਾਈਡ ਇਫੈਕਟ ਨਹੀਂ ਆਇਆ। ਦੂਜਾ ਡੋਜ਼ ਲਾਊਗਾ, ਉਹਨੂੰ ਸਾਈਡ ਇਫੈਕਟ ਨਹੀਂ ਹੋਊਗਾ। ਦੂਜੀ ਰਿਸਰਚ ਆ ਰਹੀ ਆ ਵੀ ਜਿਹਨੇ 1 ਡੋਜ਼ ਐਸਟਰਾਜ਼ੈਨੇਕਾ ਲਾਇਆ, ਦੂਜਾ ਡੋਜ਼ ਫਾਈਜ਼ਰ ਜਾਂ ਮੋਡਰਨਾ ਦਾ ਲਾਂਦਾ, ਉਹਨੂੰ ਫਿਰ ਵੀ ਬੈਨੀਫਿਟ ਮਿਲਦੀ ਆ, ਐਂਟੀਬਾਡੀ ਲੈਵਲ ਵਧੀਆ ਬਣਦੀ ਆ। ਤੀਜੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਉਹ ਇਹ ਹੈ ਵੀ ਅਸੀਂ ਮਾੜੇ ਮੋਟੇ ਦੇਖੋ, ਕੋਈ ਵੀ ਸਰੀਰ 'ਚ ਦਵਾਈ ਪਾਵਾਂਗੇ, ਕੋਈ ਵੀ ਟੀਕਾ ਲਾਵਾਂਗੇ, ਕਦੀ ਰੈਸ਼ ਹੋ ਸਕਦਾ, ਕਦੀ ਪੇਨ ਜਾਂ ਬੁਖਾਰ ਹੋ ਸਕਦਾ, ਉਹ ਤੇ ਮਤਲਬ ਐਕਸੈਪਟੇਬਲ ਹੈ। ਦੇਖੋ ਬੱਚਿਆਂ ਨੂੰ ਵੀ ਅਸੀਂ ਇਮਨਾਈਜੇਸ਼ਨ ਕਰਦੇ ਆ, ਟੀਕੇ ਲਾਉਂਦੇ ਆ ਨਾ, 2 ਮਹੀਨੇ 4 ਮਹੀਨੇ 6 ਮਹੀਨੇ ਸਾਲ 1.5 ਸਾਲ 5 ਸਾਲ, ਤੇ ਉਹਨਾਂ ਨੂੰ ਵੀ ਬੁਖਾਰ ਹੁੰਦਾ, ਉਦੋਂ ਟਾਈਲਨੋਲ ਐਡਵਿਲ ਦੇਈਦਾ। ਸੋ ਇਹ ਛੋਟੀ ਛੋਟੀ ਗੱਲਾਂ ਤੋਂ ਨਹੀਂ ਡਰਨਾ ਚਾਹੀਦਾ। ਔਰ ਮੈਨੂੰ ਬਹੁਤ ਆਸ ਆ ਬਾਈ ਮਿਡ ਸਮਰ ਕੈਨੇਡਾ ਵੀ ਖੁੱਲਦਾ ਜਾਊਗਾ, ਲੇਕਿਨ ਤਦ ਤੱਕ ਅਸੀਂ ਮਾਸਕ ਲਾਉਣਾ, 6 ਫੁੱਟ ਤੋਂ ਜ਼ਿਆਦਾ ਡਿਸਟੈਂਸ ਰੱਖਣਾ, ਸੈਨੀਟਾਈਜ਼ ਕਰਨਾ ਔਰ ਵੈਕਸੀਨੇਸ਼ਨ ਜ਼ਰੂਰ ਕਰੋ। ਅਸੀਂ ਨਾ BC ਦੇ ਵਿੱਚ ਔਰ ਉਹ ਮੁਹਿੰਮ ਪੂਰੇ ਕੈਨੇਡਾ 'ਚ ਕਾਫੀ ਜਿਹੜੇ ਟਾਸਕ ਫੋਰਸ ਹੈਗੇ ਆ, ਕਿਉਂਕਿ ਕੈਨੇਡਾ ਇੱਕ ਮਲਟੀ ਕਲਚਰਲ ਕੰਟਰੀ ਹੈਗਾ, ਜਿਹਦੇ ਵਿੱਚ ਐਥਨਿਕ ਡਾਇਵਰਸਿਟੀ ਬਹੁਤ ਹੈਗੀ ਹੈ। ਵੱਖ-ਵੱਖ ਕੰਟਰੀਆਂ ਦੇ ਲੋਕ ਇੱਥੇ ਆਏ, ਵੱਖ-ਵੱਖ ਬੋਲੀਆਂ, ਭਾਸ਼ਾਵਾਂ ਹੈ, ਧਰਮ ਹੈ, ਕਲਚਰ ਹੈ, ਸੱਭਿਅਤਾ। ਸੋ ਉਹਦੇ ਵਿੱਚ ਅਸੀਂ ਦਿਸ ਇਜ਼ ਮਾਈ ਸ਼ਾਟ ਕਰਕੇ, THISISMYSHOT, ਦਿਸ ਇਜ਼ ਮਾਈ ਸ਼ਾਟ। ਅਗਰ ਗੂਗਲ ਤੇ ਜਾਓ
ਤੇ ਤੁਹਾਡੀ ਐਥਨਿਕ ਭਾਸ਼ਾ 'ਚ ਸਾਰਾ ਇਨਫੋਰਮੇਸ਼ਨ ਹੋਏਗਾ। 25 ਤੋਂ ਜ਼ਿਆਦਾ ਐਥਨਿਕ ਭਾਸ਼ਾਵਾਂ 'ਚ, ਔਰ ਇਹ ਸਾਰਾ ਸੈਂਟਰ ਫॉर ਡਿਜ਼ੀਜ਼ ਕੰਟਰੋਲ ਦੇ ਗਾਈਡਲਾਈਨਸ ਹੈ, ਡਾਕਟਰਾਂ ਦੀ ਲਿਖੀ ਹੋਈ ਹੈ। ਔਰ ਉਹ $18 ਦੀ ਸ਼ਰਟ ਵੀ ਹੈਗੀ ਹੈ, ਜਿਹੜੀ ਕੱਲ ਜਾਂ ਪਰਸੋਂ ਮੈਂ ਪਾਈ ਸੀ। ਉਹ ਆਪਾਂ ਮਤਲਬ ਪ੍ਰਮੋਟ ਕਰ ਸਕਦੇ ਵੈਕਸੀਨੇਸ਼ਨ। ਸੋ ਟੀਕੇ ਜ਼ਰੂਰ ਲਾਓ, ਵੈਕਸੀਨੇਸ਼ਨ ਜ਼ਰੂਰ ਲਾਓ। ਇਹਦਾ ਤੁਹਾਡਾ ਵੀ ਫਾਇਦਾ, ਤੁਹਾਡੇ ਟੱਬਰ ਦਾ ਵੀ ਫਾਇਦਾ, ਔਰ ਤੁਹਾਡੇ ਆਂਢ ਗੁਆਂਢ, ਤੁਹਾਡੇ ਦੋਸਤ ਮਿੱਤਰਾਂ ਦਾ ਵੀ ਫਾਇਦਾ। There is a lot of information, but in short, ਸਾਰਿਆਂ ਨੂੰ ਹੀ ਸਲਾਹ ਹੈ ਡਾਕਟਰ ਸਾਹਿਬ ਦੀ, ਡਾਕਟਰ ਪੁਰਜੀ ਜੀ ਦੀ, ਕਿ ਪਲੀਜ਼ ਜਾ ਕੇ ਵੈਕਸੀਨੇਸ਼ਨ ਜ਼ਰੂਰ ਡਨ ਕਰਾਓ ਤਾਂ ਕਿ ਆਪਾਂ ਫਿਰ ਰੂਟੀਨ 'ਚ ਵਾਪਸ ਆ ਸਕੀਏ। ਬਿਲਕੁਲ, ਔਰ ਮੈਂ ਦਾਅਵੇ ਦੇ ਨਾਲ ਕਹਿੰਦਾ ਵੀ ਅੱਛੇ ਦਿਨ ਆ ਰਹੇ ਆ। ਜਿੱਦਾਂ ਸੂਰਜ ਜਦੋਂ ਚੜ੍ਹਦਾ ਤੇ ਉਹ ਚਾਨਣਾ ਜਿਹੜਾ ਹੈਗਾ, ਸਾਨੂੰ ਆਲਰੇਡੀ ਡਾਨ ਨਜ਼ਰ ਆ ਰਿਹਾ ਵੀ ਕੈਨੇਡਾ ਬਹੁਤ ਅੱਛੀ ਸਿਚੁਏਸ਼ਨ 'ਚ ਮਿਡ ਅਗਸਤ ਤੱਕ ਹੋ ਜਾਏਗਾ। ਜੂਨ ਦੇ ਸੈਕੰਡ ਵੀਕ ਤੱਕ 70% ਲੋਕਾਂ ਨੂੰ ਇੱਕ ਡੋਜ਼ ਮਿਲ ਚੁੱਕਿਆ ਹੋਏਗਾ। ਬਹੁਤ ਸਾਰੇ ਲੋਕਾਂ ਨੂੰ ਉਹਦੇ ਬਾਅਦ ਸੈਕੰਡ ਡੋਜ਼ ਵੀ ਮਿਲ ਚੁੱਕਿਆ ਹੋਏਗਾ। ਸੋ ਅਸੀਂ ਤਦ ਤੱਕ ਜਿਹੜੇ ਪਬਲਿਕ ਹੈਲਥ ਗਾਈਡਲਾਈਨਸ ਉਹ ਪਲੀਜ਼ ਫੋਲੋ ਕਰਨੇ ਆ, ਔਰ ਤੁਹਾਡੇ ਜਿਹੜੇ ਪ੍ਰੋਵਿੰਸ਼ੀਅਲ ਹੈਲਥ ਆਫਿਸਰ ਜੋ ਕਹਿੰਦੇ ਆ ਉਹਨੂੰ ਮੰਨਣਾ ਪੈਣਾ। ਤੁਹਾਡੇ ਪ੍ਰੋਵਿੰਸ 'ਚ ਡਾਕਟਰ ਡੀਨਾ ਹੈਂਸ਼ਾ ਹੈਗੇ, ਉਹਨਾਂ ਦੀ ਗੱਲ ਮੰਨੋ। BC 'ਚ ਹੈਗੇ ਡਾਕਟਰ ਬੋਨੀ ਹੈਨਰੀ, ਫੈਡਰਲੀ ਡਾਕਟਰ ਥਰੀਸਾ ਟੈਮ। ਸੋ ਕੈਨੇਡਾ, ਕੈਨੇਡੀਅਨ ਗਵਰਨਮੈਂਟ, ਹੈਲਥ ਕੈਨੇਡਾ ਤੁਹਾਡੇ ਨਾਲ ਬਾਂਹ ਫੜ ਕੇ ਖਲੋਤਾ ਹੈ, ਤੁਹਾਨੂੰ ਡਿੱਗਣ ਨਹੀਂ ਦਊਗਾ, ਤੁਹਾਡੀ ਹੈਲਥ ਵਾਸਤੇ ਹਮੇਸ਼ਾ 24 ਘੰਟੇ ਮੌਜੂਦ ਹੈ। ਜਦੋਂ ਸਾਨੂੰ ਡੋਜ਼ ਦੀ ਲੋੜ ਹੋਈ ਫਿਰ ਅਸੀਂ ਤੁਹਾਨੂੰ ਫਿਰ ਇੱਕ ਫੋਨ ਫੇਰ ਮਾਰ ਲਾਂਗੇ। ਬਿਲਕੁਲ ਜ਼ਰੂਰ ਜੀ, ਡਬਲ ਡੋਜ਼ ਦੀ ਜਗ੍ਹਾ ਟ੍ਰਿਪਲ ਡੋਜ਼ ਦਵਾਂਗੇ। ਬਹੁਤ ਵਧੀਆ ਲੱਗਾ ਅੱਜ ਤੁਹਾਡੇ ਨਾਲ ਗੱਲ ਕਰਕੇ। ਮੈਂ ਖੁਸ਼ ਹਾਂ, ਅੱਜ ਮੈਨੂੰ ਕੋਈ ਗਮ ਨਹੀਂ ਹੈ। ਮੈਂ ਖੁਸ਼ ਹਾਂ ਕਿ ਮੇਰੀ ਤੁਹਾਡੇ ਨਾਲ ਗੱਲਬਾਤ ਹੋਈ ਹੈ, ਕੁਝ ਸਿੱਖਣ ਨੂੰ ਮਿਲਿਆ, ਚੰਗੀ ਨੌਲੇਜ ਮਿਲੀ ਹੈ। ਤੇ ਜੇ ਮੈਂ ਤੁਹਾਡੇ ਤੋਂ ਇੱਕ ਵੀ ਗੁਣ ਲੈ ਲਾਂ ਤੇ ਆਲ ਬੀ ਆਈ ਹੋਪ ਮਾਈ ਲਾਈਫ ਗੈਟਸ ਬੈਟਰ। ਤੇ ਇੱਕ ਬਸ ਜਾਂਦੇ ਜਾਂਦੇ ਸਾਡੇ ਸਾਰਿਆਂ ਨੂੰ ਕੋਈ ਇੱਕ ਗੁਣ, ਇੱਕ ਸੁਨੇਹਾ ਸਾਡੀ ਸਾਰੀ ਆਡੀਅנס ਨੂੰ, ਫੇਸਬੁੱਕ ਫੈਮਿਲੀ ਨੂੰ ਜਾਂਦੇ ਜਾਂਦੇ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਕੋਈ ਗੁਣ। ਮੈਂ ਇਹ ਕਹੂੰਗਾ ਵੀ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੋ ਗੁਰਬਾਣੀ ਦੇ ਨਾਲ ਜੁੜੋ। ਅਗਰ ਤੁਸੀਂ ਵੇਦ ਪੜ੍ਹਦੇ, ਵੇਦਾਂ ਦੇ ਨਾਲ ਜੁੜੋ, ਸ਼ਾਸਤਰਾਂ ਦੇ ਨਾਲ ਜੁੜੋ, ਕੁਰਾਨ ਦੇ ਨਾਲ ਜੁੜੋ। ਜੋ ਪਰਮਾਤਮ ਦੀ ਬਾਣੀ ਹੈ ਉਹਦੇ ਨਾਲ ਦੁੱਖ ਰੋਗ ਸੰਤਾਪ ਸਾਰੇ ਉਤਰ ਸਕਦੇ ਸਿਰਫ ਸੁਣਨ ਦੇ ਨਾਲ। ਸੁਣੀਏ ਸਿੱਧ ਪੀਰ ਸੁਰਨਾਥ, ਸੁਣੀਏ ਤਰੁ ਤਵਲ ਆਵਾਜ਼, ਨਾਨਕ ਭਗਤਾ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਸਿਰਫ ਸੁਣਨ ਦੇ ਨਾਲ ਇੰਨਾ ਫਾਇਦਾ ਹੋ ਜਾਂਦਾ। ਉਹਦੇ ਬਾਅਦ ਮੰਨੋ, ਮੰਨੇ ਕੀ ਗਤ ਕਹੀ ਨਾ ਜਾਏ। ਉਸ ਗੱਲ ਨੂੰ ਅਗਰ ਮੰਨ ਲੈਂਦੇ ਆ ਨਾ, ਕਾਗਜ਼ ਕਲਮ ਨਾਲ ਲਿਖਣ ਹਾਰ, ਉਹ ਬਿਆਨ ਹੀ ਨਹੀਂ ਕਰ ਸਕਦੇ ਮੰਨਣ ਵਾਲੇ ਦੀ ਇੰਨੀ ਮਹਿਮਾ। ਸੋ ਸੁਣਿਆ, ਮੰਨਿਆ, ਫਿਰ ਗੱਲ ਉੱਥੇ ਹੋਣੀ ਜਿਹੜੀ ਤੁਸੀਂ ਸਟਾਰਟ ਕੀਤੀ ਸੀ, ਮਨ ਕੀਤਾ ਭਾਵ, ਅੰਦਰ ਅਨਕੰਡੀਸ਼ਨਲ ਪ੍ਰੇਮ ਉਤਪੰਨ ਕਰੋ। ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਇਹ ਬਹੁਤ ਸੌਖਾ ਮਾਰਾ ਜਾਏਗਾ। ਸੋ ਖੁਸ਼ ਰਹੋ, ਆਬਾਦ ਰਹੋ, ਹੱਸਦੇ ਰਹੋ, ਵੱਸਦੇ ਰਹੋ। ਫਿਰ ਮਿਲਾਂਗੇ। ਸਲਾਮ, ਈਦ ਮੁਬਾਰਕ, ਈਦ ਮੁਬਾਰਕ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਚਲੋ ਜੀ, ਇਹ ਸੀਗੇ ਸਾਡੇ ਨਾਲ ਜੁੜੇ ਹੋਏ ਡਾਕਟਰ ਪ੍ਰਗਟ ਸਿੰਘ ਪੁਰਜੀ, ਸਰੀ BC ਤੋਂ। ਬੜੇ ਹੀ ਜ਼ਿੰਦਾ ਦਿਲ ਇਨਸਾਨ, ਜਿੰਨੇ ਗੁਣ ਕਹਿ ਲਓ ਓਨੇ ਘੱਟ ਨੇ। ਜਿਹੜੀ ਗੱਲ ਕਹਿ ਦੋਗੇ ਕਿ ਕਿਹੜਾ ਇਨਸਾਨ 'ਚ ਇੱਕ ਚੀਜ਼ ਹੋਣੀ ਚਾਹੀਦੀ ਹੈ, ਚੱਕ ਕੇ ਦੇਖ ਲਓ, ਹੀ ਇਜ਼ ਦੇਅਰ। ਸੋ ਅਸੀਂ ਹਰ ਇੱਕ ਤੋਂ ਹਰ ਦਿਨ ਹਰ ਪਲ ਸਿੱਖਦੇ ਹਾਂ। ਤੇ ਅੱਜ ਅਸੀਂ ਵੀ ਬਹੁਤ ਕੁਝ ਸਿੱਖਿਆ। ਤੇ ਸਾਡੇ ਨਾਲ ਮਾਰਨਿੰਗ ਦੇ ਵਿੱਚ ਜੁਆਇਨ ਕਰਨ ਲਈ ਬਹੁਤ 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 ਸ਼ੁਕਰੀਆ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਨੇ। ਪਵਿੱਤਰ ਸਿੰਘ, ਗੁਰਪ੍ਰੀਤ ਜੀ, ਬਹੁਤ ਜਵਾਲੀ ਜੀ, ਰਣਜੀਤ ਜੀ, ਏਕਤਾ, ਐਵਰੀਬਡੀ, ਥੈਂਕ ਯੂ ਸੋ ਮਚ। ਹੁਣ ਸਾਡੇ ਜਾਣ ਦਾ ਵੇਲਾ ਆ ਗਿਆ। ਅਸੀਂ ਵੀ ਆਪਣੇ ਦਿਨ ਦੀ ਸ਼ੁਰੂਆਤ ਕਰੀਏ ਇੱਕ ਪਿਆਰੀ ਜਿਹੀ ਮਿੱਠੀ ਜਿਹੀ ਡੋਜ਼ ਦੇ ਨਾਲ। ਫਿਰ ਕੱਲ ਨੂੰ ਮਿਲਾਂਗੇ ਇਸੇ ਵਕਤ। ਤੁਸੀਂ ਨਾ ਭੁੱਲਣਾ, ਸਵੇਰੇ 10 ਵਜੇ ਕਿਸੇ ਹੋਰ ਗੈਸਟ ਦੇ ਨਾਲ, ਕਿਸੇ ਹੋਰ ਰੂਹ ਦੇ ਨਾਲ ਤੁਹਾਡਾ ਸਫ਼ਰ ਦੇ ਵਿੱਚ ਅਸੀਂ ਹਮ ਸਫ਼ਰ ਬਣਾਵਾਂਗੇ। ਤਦ ਤੱਕ ਲਈ ਆਪਣਾ ਖਿਆਲ ਰੱਖਿਓ ਐਂਡ ਗੈਟ ਯੂ ਵੈਕਸੀਨੇਸ਼ਨ ਡਨ। ਥੈਂਕ ਯੂ ਸੋ ਮਚ।